ਸੋ ਦੇਖੋ ਅੱਜ ਮੈਂ ਜਿਵੇਂ ਨਿਊਟਨਸ ਫਸਟ ਲਾਅ, ਸੈਕੰਡ ਲਾਅ, ਥਰਡ ਲਾਅ ਤੇ ਉਹਨਾਂ ਦੇ ਬਾਰੇ ਆਪਣੀ ਕਾਫੀ ਗੱਲ ਹੋ ਚੁੱਕੀ ਹੈ। ਮੈਂ ਹੁਣ ਜੋ ਗੱਲ ਕਰੂੰਗਾ ਡਾਇਰੈਕਟਲੀ ਤੁਹਾਡੇ ਨਾਲ ਇਹ ਗੱਲ ਕਰੂੰਗਾ ਕਿ ਆਪਾਂ ਕਹਿੰਦੇ ਆ ਬੈਲੈਂਸਡ ਜਿਹੜੇ ਫੋਰਸਿਸ ਹੁੰਦੇ ਨੇ ਜਾਂ ਜਿਹੜੇ ਐਕਸ਼ਨ ਐਂਡ ਰਿਐਕਸ਼ਨ ਹੈ ਉਹਦੇ ਉੱਪਰ ਗੱਲ ਕਰਾਂਗੇ ਆਪਾਂ। ਦੈਟ ਜਦੋਂ ਐਕਸ਼ਨ ਤੇ ਰਿਐਕਸ਼ਨ ਦੀ ਗੱਲ ਕਰਦੇ ਆ ਆਪਾਂ ਤਾਂ ਉਹ ਹਰ ਜਗ੍ਹਾ ਕਿਵੇਂ ਐਪਲੀਕੇਬਲ ਹੁੰਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਹਰ ਇੱਕ ਐਕਸ਼ਨ ਦਾ ਉਹ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ ਹੈ ਤੇ ਉਹਨੂੰ ਆਪਾਂ ਆਪਣੇ ਨਾਰਮਲ ਲਾਈਫ ਦੇ ਵਿੱਚ ਜਿਹੜੀਆਂ ਬੋਡੀਜ਼ ਸਟੈਡੀ ਨੇ ਕਿਸੇ ਵੀ ਜਗ੍ਹਾ ਤੇ ਜਾਂ ਫਿਰ ਕਿਸੇ ਐਕਸਲਰੇਸ਼ਨ ਦੇ ਨਾਲ ਮੂਵ ਕਰ ਰਹੀਆਂ ਨੇ, ਚਾਹੇ ਉਹ ਕਿਸੇ ਟੇਬਲ ਤੇ ਪਈਆਂ ਨੇ, ਲਿਫਟ ਤੇ ਬੰਦਾ ਖੜਾ ਆ ਜਾਂ ਫਿਰ ਕਿਸੇ ਥ੍ਰੈਡ ਨਾਲ ਲਮਕਾਇਆ ਹੋਇਆ, ਤਾਂ ਹਰ ਕੇਸ ਦੇ ਵਿੱਚ ਆਪਾਂ ਕਿਵੇਂ ਮਤਲਬ ਚੀਜ਼ਾਂ ਨੂੰ ਟੈਕਲ ਕਰਦੇ ਆ ਤੇ ਉਹਨਾਂ ਨੂੰ ਨਵਾਂ ਨਾਮ ਵੀ ਦੇਵਾਂਗੇ ਆਪਾਂ। ਜਿਵੇਂ ਫॉर ਐਗਜ਼ਾਮਪਲ ਮੈਂ ਇੱਥੇ ਤੁਹਾਡੇ ਨਾਲ ਬੇਸਿਕਲੀ ਗੱਲ ਕਰਨ ਜਾ ਰਿਹਾ ਪਹਿਲਾਂ ਬਹੁਤ ਸਿੰਪਲ ਦੋ ਚੀਜ਼ਾਂ ਦੀ ਕਿ ਮੰਨ ਲਓ ਇੱਕ ਤਾਂ ਇਹ ਚੀਜ਼ ਹੁੰਦੀ ਕਿ ਮੰਨ ਲਓ ਜੇ ਕਿਸੇ ਟੇਬਲ ਦੇ ਉੱਪਰ ਜਾਂ ਕਿਸੇ ਸਰਫੇਸ ਦੇ ਉੱਪਰ ਕੋਈ ਚੀਜ਼ ਪਈ ਹੋਈ ਹੈ ਤਾਂ ਮੰਨ ਲਓ ਇੱਥੇ ਆਪਣੇ ਕੋਲ ਮੈਂ ਨਾਰਮਲ ਰਿਐਕਸ਼ਨ ਦੀ ਬਾਰੇ ਗੱਲ ਕਰਨ ਜਾ ਰਿਹਾ ਇੱਥੇ ਥੋੜੀ ਜੀ ਨਾਰਮਲ ਰਿਐਕਸ਼ਨ ਤੇ ਇੱਕ ਗੱਲ ਕਰਾਂਗੇ ਆਪਾਂ ਟੈਂਸ਼ਨ ਇਨ ਦਾ ਸਟ੍ਰਿੰਗ ਦੀ, ਟੈਂਸ਼ਨ ਇਨ ਸਟ੍ਰਿੰਗ। ਠੀਕ ਹੈ, ਪਹਿਲਾਂ ਆਪਾਂ ਸਿੰਪਲ ਜੇ ਕੇਸਿਸ ਦੀ ਗੱਲ ਕਰਦੇ ਹਾਂ ਕਿ ਮੰਨ ਲਓ ਇੱਥੇ ਆਪਣੇ ਕੋਲ ਕੋਈ ਇੱਕ ਟੇਬਲ ਹੈ ਤੇ ਟੇਬਲ ਦੇ ਉੱਪਰ ਆਪਾਂ ਕੋਈ ਚੀਜ਼ ਇੱਥੇ ਮੰਨ ਲਓ ਰੱਖਣੀ ਹੈ, ਇਹਦੇ ਉੱਪਰ ਟੇਬਲ ਦੇ ਉੱਪਰ ਟੇਬਲ ਹੈ ਐਂਡ ਟੇਬਲ ਦੇ ਉੱਪਰ ਆਪਣੇ ਕੋਲ ਕੋਈ ਇੱਥੇ ਆਬਜੈਕਟ ਪਿਆ ਹੋਇਆ, ਕੋਈ ਵੀ ਆਬਜੈਕਟ ਦਾ ਗੋਲ ਹੋ ਸਕਦਾ ਹੈ, ਇਸ ਤਰ੍ਹਾਂ ਦਾ ਮੈਂ ਇੱਥੇ ਸ਼ੋ ਕਰਨਾ ਹੈ। ਜਿਹੜਾ ਆਬਜੈਕਟ ਹੈ ਆਬਜੈਕਟ ਦਾ ਮਾਸ m ਹੈ ਤੇ ਆਬਜੈਕਟ ਦਾ ਮਾਸ m ਹੈ ਤਾਂ ਤੁਹਾਨੂੰ ਪਤਾ ਕਿ ਆਬਜੈਕਟ ਦਾ ਜਿਹੜਾ weight ਹੈ weight ਨੀਚੇ ਨੂੰ ਐਕਟ ਕਰੇਗਾ ਹਮੇਸ਼ਾ ਦਾ, ਤੇ weight ਜਿਹੜਾ ਨੀਚੇ ਨੂੰ ਐਕਟ ਕਰੇਗਾ ਆਪਾਂ ਉਹਨੂੰ ਇੱਕ ਐਰੋ ਦੇ ਨਾਲ ਸ਼ੋ ਕਰ ਦਿੰਦੇ ਹਾਂ, ਲੈਟ ਦਿਸ ਬੀ ਦਾ weight। ਕਿਸੇ ਵੀ ਆਬਜੈਕਟ ਦਾ weight ਹੈ, weight ਹਮੇਸ਼ਾ ਵਰਟੀਕਲੀ ਡਾਊਨਵਰਡ ਐਕਟ ਕਰਦਾ ਹੈ ਤੇ ਜੇ ਆਬਜੈਕਟ ਦਾ ਮਾਸ m ਹੈ ਤਾਂ weight ਕਿੰਨਾ ਹੁੰਦਾ ਹੈ m into g, ਹੈ ਨਾ ਜੀ, m into g। ਪਰ ਇਹ ਸਿਰਫ ਇੱਕ weight ਨਹੀਂ ਹੈ ਕਿਉਂਕਿ ਜਿਹੜਾ weight ਹੈ ਇਸ ਟੇਬਲ ਦੇ ਸਰਫੇਸ ਦੇ ਉੱਪਰ ਲੱਗ ਰਿਹਾ ਉਸ ਆਬਜੈਕਟ ਦੇ ਕਰਕੇ, ਉਹਦੇ ਭਾਰ ਦੇ ਕਰਕੇ ਟੇਬਲ ਦਾ ਸਰਫੇਸ ਇੰਨੀ ਜਗ੍ਹਾ ਤੇ ਮਤਲਬ ਨੀਚੇ ਨੂੰ ਦੱਬਿਆ ਜਾ ਰਿਹਾ, ਨੀਚੇ ਨੂੰ ਫੋਰਸ ਲੱਗ ਰਿਹਾ ਉਹਨੂੰ ਉਹਦੇ weight ਦੇ ਕਰਕੇ। ਤੇ ਹੁਣ ਹੁੰਦਾ ਕੀ ਹੈ ਵੀ ਆਪਾਂ ਨੂੰ ਇਸ ਟੇਬਲ ਤੋਂ ਫਿਰ ਉਹਦਾ ਨਾਰਮਲ ਰਿਐਕਸ਼ਨ ਮਿਲਦਾ ਹੈ, ਜਿਵੇਂ ਆਪਾਂ ਕੰਧ ਤੇ ਮੁੱਕਾ ਮਾਰਦੇ ਹਾਂ ਤਾਂ ਨਾਲ ਹੀ ਆਪਣੇ ਹੱਥ ਨੂੰ ਸੱਟ ਲੱਗਦੀ ਹੈ, ਇਸੇ ਤਰ੍ਹਾਂ ਹੀ ਆਪਾਂ ਨੂੰ ਟੇਬਲ ਤੋਂ ਨਾਰਮਲ ਰਿਐਕਸ਼ਨ ਵੀ ਮਿਲੇਗਾ ਤੇ ਉਹ ਨਾਰਮਲ ਰਿਐਕਸ਼ਨ ਜਿਹੜਾ ਉਹ ਬਿਲਕੁਲ ਇਹਦੇ ਬਰਾਬਰ ਹੁੰਦਾ ਹੈ। ਤੇ ਬਰਾਬਰ ਨਾ ਹੋਵੇ ਤਾਂ ਫਿਰ ਆਬਵੀਅਸਲੀ ਜੇ ਇਹ ਜ਼ਿਆਦਾ ਹੋਏਗਾ ਤਾਂ ਆਬਜੈਕਟ ਨੂੰ ਤਾਂ ਉੱਪਰ ਮੂਵ ਕਰਨਾ ਚਾਹੀਦਾ ਹੈ ਨਾ, ਜੇ ਘੱਟ ਹੋਏਗਾ ਤਾਂ ਆਬਜੈਕਟ ਨੂੰ ਨੀਚੇ ਨੂੰ ਮੂਵ ਕਰਨਾ ਚਾਹੀਦਾ, ਟੇਬਲ ਟੁੱਟ ਜਾਣਾ ਚਾਹੀਦਾ। ਪਰ ਕਿਉਂਕਿ ਟੇਬਲ ਬਿਲਕੁਲ ਬਰਾਬਰ ਦਾ ਨਾਰਮਲ ਰਿਐਕਸ਼ਨ ਦੇ ਰਿਹਾ ਇੱਥੇ ਤੱਕ, ਤਾਂ ਮੈਂ ਕਹਿ ਰਿਹਾ ਕਿ ਹਾਂ ਵੀ ਇਹ ਜਿਹੜਾ ਨਾਰਮਲ ਰਿਐਕਸ਼ਨ ਹੈ ਉਹਨੇ ਬੈਲੈਂਸ ਕਰਤਾ ਉਹਨੂੰ, ਤੇ ਇਹਨੂੰ ਆਪਾਂ ਨਾਰਮਲ ਰਿਐਕਸ਼ਨ ਕਹਿੰਦੇ ਨੇ R। ਮੈਂ ਵੈਕਟਰ ਦੀ ਤਰ੍ਹਾਂ ਟ੍ਰੀਟ ਨਹੀਂ ਕਰ ਰਿਹਾ, ਮੈਂ ਵੈਕਟਰ ਇਹਨਾਂ ਨੂੰ ਮੈਗਨੀਟਿਊਡ ਹੀ ਲਿਖ ਰਿਹਾ, ਇਹਨਾਂ ਦੇ ਵੈਕਟਰ ਤਾਂ ਤੁਹਾਨੂੰ ਐਰੋ 'ਚ ਦਿਖ ਹੀ ਰਹੇ ਨੇ, ਇਸ ਲਈ ਆਪਾਂ ਕੈਲਕੂਲੇਸ਼ਨ ਦੇ ਵਿੱਚ ਵੀ ਉਹ ਵੈਕਟਰ ਵਾਲਾ ਬਹੁਤ ਜ਼ਿਆਦਾ ਇਹਦੇ 'ਚ ਕੋਈ ਲੋਡ ਆਪਾਂ ਨੂੰ ਇਹ ਨਹੀਂ ਪੈਂਦੀ ਕਿ ਵੈਕਟਰ ਫਾਰਮ 'ਚ ਲਿਖੀਏ, ਕਈ ਜਗ੍ਹਾ ਲੋਡ ਪੈਂਦੀ ਹੈ ਜਿਵੇਂ ਕੱਲ ਮੋਮੈਂਟਮ ਦੇ ਚੇਂਜ ਦੀ ਗੱਲ ਕਰ ਰਹੇ ਸੀ P1 ਵੈਕਟਰ ਐਂਡ P2 ਵੈਕਟਰ। ਪਰ ਇੱਥੇ ਆਪਾਂ ਨੂੰ ਸਿੰਬਲ ਜੇ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਜਾਂ ਇੱਕ ਹੀ ਲਾਈਨ ਦੇ ਅਲੋਂਗ ਦੋ ਫੋਰਸ ਐਕਟ ਕਰ ਰਹੇ ਹੋਣ, ਜੇ ਸੇਮ ਡਾਇਰੈਕਸ਼ਨ ਜਿਹਨੇ ਤਾਂ ਐਡ ਕਰ ਦੋ, ਜੇ ਆਪੋਜ਼ਿਟ ਡਾਇਰੈਕਸ਼ਨ ਜਿਹਨੇ ਤਾਂ ਸਬਟ੍ਰੈਕਟ ਕਰ ਦੋ, ਸਿੰਪਲ ਜੀ ਗੱਲ ਹੁੰਦੀ ਹੈ। ਤੇ ਨੈਟ ਜਿਹੜਾ ਆਏਗਾ ਫੋਰਸ ਆਪਣਾ ਉਹ ਉਸ ਡਾਇਰੈਕਸ਼ਨ 'ਚ ਆਏਗਾ ਜਿੱਧਰ ਨੂੰ ਹਾਇਰ ਫੋਰਸ ਹੋਵੇ ਜਾਂ ਲਾਰਜਰ ਫੋਰਸ ਹੋਵੇ। ਇੱਥੇ ਜਿਹੜੀ ਨਾਰਮਲ ਰਿਐਕਸ਼ਨ ਆਉਂਦੀ ਹੈ, ਹੁਣ ਇੱਥੇ ਬਹੁਤ ਇੰਪੋਰਟੈਂਟ ਗੱਲ ਹੈ ਕਿ ਨਾਰਮਲ ਰਿਐਕਸ਼ਨ ਕਿਹਦੇ ਬਰਾਬਰ ਹੁੰਦੀ ਹੈ। ਇਸ ਤਰ੍ਹਾਂ ਦੇ ਕੇਸ ਜਦੋਂ ਟੇਬਲ ਤੇ ਉੱਪਰ ਕੋਈ ਚੀਜ਼ ਪਈ ਹੋਈ ਹੈ ਤੇ ਟੇਬਲ ਇੱਕਦਮ ਫਿਕਸ ਹੈ ਤੇ ਬਾਡੀ ਮੂਵ ਵੀ ਨਹੀਂ ਕਰ ਰਹੀ ਹੈ, ਰੈਸਟ ਵਿੱਚ ਹੈ ਆਰਾਮ ਦੇ ਨਾਲ, ਤਾਂ ਇੱਥੇ ਜਿਹੜਾ ਨਾਰਮਲ ਰਿਐਕਸ਼ਨ ਹੈ ਆਪਣਾ ਉਹ ਨਾਰਮਲ ਰਿਐਕਸ਼ਨ ਬਿਲਕੁਲ ਬਰਾਬਰ ਹੁੰਦਾ ਹੈ ਮਾਸ ਇਨਟੂ ਗ੍ਰੈਵਿਟੀ ਇਸ weight ਦੇ। ਇਹ ਸਿੰਪਲ ਜੀ ਗੱਲ ਹੈ, ਇਹ ਪਹਿਲੀ ਗੱਲ, ਕਿਉਂਕਿ ਇੱਥੇ ਨਾ ਉੱਪਰ ਨੂੰ ਕੋਈ ਫੋਰਸ ਲੱਗ ਰਿਹਾ ਨੈਟ ਨਾ ਨੀਚੇ ਨੂੰ, ਨੈਟ ਫੋਰਸ 0 ਹੈ ਆਪਣਾ, ਨੈਟ ਫੋਰਸ ਇਸ ਕੇਸ ਕਿੰਨਾ ਹੈ, ਨੈਟ ਫੋਰਸ 0 ਹੈ। ਇੱਕ ਗੱਲ ਯਾਦ ਰੱਖਿਓ, ਹੁਣ ਤੱਕ ਤੁਸੀਂ ਕਰਦੇ ਸੀ ਨਾ ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ, ਤਾਂ ਆ ਗੱਲ ਨੂੰ ਥੋੜਾ ਬਦਲ ਲਈ ਆਪਾਂ, ਬੇਸਿਕਲੀ ਨੈਟ ਫੋਰਸ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਹੁੰਦਾ ਹੈ। ਨੈਟ ਫੋਰਸ ਵੀ ਕਿਸੇ ਬਾਡੀ ਨੂੰ ਮੰਨ ਲਓ ਜੇ ਕਿਸੇ ਬਾਡੀ ਨੂੰ ਇੱਧਰ ਨੂੰ 10 ਨਿਊਟਨ ਲੱਗ ਰਿਹਾ ਫੋਰਸ ਤੇ ਇੱਧਰ ਨੂੰ ਤੁਸੀਂ ਲੱਗ ਰਿਹਾ ਮੰਨ ਲਓ 4 ਨਿਊਟਨ, ਤਾਂ ਆ ਬਾਡੀ ਦਾ ਮਾਸ ਮੰਨ ਲਓ m ਹੈ ਤਾਂ ਫੋਰਸ ਕਿੰਨਾ ਲੱਗੇਗਾ 10 - 4 6 ਨਿਊਟਨ ਲੱਗੇਗਾ ਨਾ, ਉਹ ਬਾਡੀ ਦਾ ਮਾਸ ਹੋਏਗਾ ਤੇ ਐਕਸਲਰੇਸ਼ਨ ਜਿੱਧਰ ਨੂੰ ਹੋਏਗੀ ਮਾਸ ਇਨਟੂ ਐਕਸਲਰੇਸ਼ਨ ਹੋਏਗਾ। ਸੋ ਇੱਥੇ 10 ਨਿਊਟਨ ਨੂੰ ਨਹੀਂ ਲਿਖਣਾ ਮਾਸ ਇਨਟੂ ਐਕਸਲਰੇਸ਼ਨ, ਨਾ 4 ਨੂੰ ਲਿਖਣਾ ਹੈ, ਨੈਟ ਫੋਰਸ ਪਤਾ ਕਰ ਲੈਣਾ ਦੋਨਾਂ ਚ, ਨੈਟ ਤਾਂ 6 ਹੋਇਆ ਨਾ, ਤਾਂ 6 ਨਿਊਟਨ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ। ਸੋ ਬੇਸਿਕਲੀ ਆਪਣਾ ਜਿਹੜਾ ਨੈਟ ਫੋਰਸ ਹੁੰਦਾ ਹੈ ਇਹ ਬੜੀ ਇੰਪੋਰਟੈਂਟ ਚੀਜ਼ ਹੈ ਕਿ ਇੱਥੇ ਆਪਾਂ
ਕਹਿੰਦੇ ਆ ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਦਾ ਫਾਰਮੂਲਾ ਲਗਾਉਂਦੇ ਆ, ਪਰ ਨੈਟ ਫੋਰਸ ਹੁੰਦਾ ਹੈ ਉਹ, ਇਹ ਨੈਟ ਫੋਰਸ ਹੈ, ਬਹੁਤ ਇੰਪੋਰਟੈਂਟ ਚੀਜ਼ ਹੈ। ਸੋ ਆ ਤਾਂ ਸੀਗਾ ਇੱਕ ਟੇਬਲ ਪਿਆ ਸੀ ਤੇ ਇਸ ਟੇਬਲ ਦੇ ਉੱਪਰ ਆਪਾਂ ਫਲੋਰ ਸੀ ਮੰਨ ਲਓ, ਤੇ ਟੇਬਲ ਦੇ ਉੱਪਰ ਆਪਾਂ ਇੱਕ ਆਬਜੈਕਟ ਨੂੰ ਰੱਖਿਆ ਹੋਇਆ ਸੀ। ਇਹੀ ਚੀਜ਼ ਜੇ ਮੈਂ ਐ ਕਰਾਂ ਕਿ ਇੱਥੇ ਮੰਨ ਲਓ ਇੱਕ ਉੱਪਰ ਕਿਸੇ ਜਗ੍ਹਾ ਤੇ ਇੱਥੇ ਆਪਾਂ ਇੱਕ ਸਟ੍ਰਿੰਗ ਫਿਕਸ ਕੀਤੀ ਹੋਈ ਹੈ, ਮੰਨ ਲਓ ਇੱਥੇ ਇੱਕ ਸਟ੍ਰਿੰਗ ਫਿਕਸ ਕੀਤੀ ਹੋਈ ਹੈ ਤੇ ਉਸ ਸਟ੍ਰਿੰਗ ਦੇ ਨਾਲ ਆਪਾਂ ਲਮਕਾ ਦਿੱਤਾ ਆ ਇੱਕ weight ਨੂੰ, ਕਿਸੇ ਵੀ ਚੀਜ਼ ਨੂੰ, ਕਿਸੇ ਵੀ ਮਾਸ m ਆਫ ਦਾ ਬੋਡੀ ਨੂੰ, ਤੇ ਮੰਨ ਲਓ ਇਸ ਸਟ੍ਰਿੰਗ ਦੇ ਨਾਲ ਇੱਥੇ ਆ ਬੋਡੀ ਲਟਕਾਈ ਹੋਈ ਆਪਾਂ ਤੇ ਉਹਦਾ ਮਾਸ ਹੈਗਾ ਮੰਨ ਲਓ m, ਤਾਂ ਇੱਥੇ ਜਦੋਂ ਸਟ੍ਰਿੰਗ ਨਾਲ ਨੂੰ ਫਿਕਸ ਕੀਤਾ ਹੈ ਉੱਪਰੋਂ, ਆ ਇੱਥੇ ਫਿਕਸ ਹੈ, ਤਾਂ ਹੁਣ ਇਸ ਕੇਸ ਵੀ ਬਹੁਤ ਸਿੰਪਲ ਕੇਸਿਸ ਡਿਸਕਸ ਕਰ ਰਿਹਾ ਮੈਂ ਤੁਹਾਡੇ ਨਾਲ ਹੁਣੀ। ਤਾਂ ਇਸ ਕੇਸ ਦੇ ਵਿੱਚ ਤੁਸੀਂ ਮੈਨੂੰ ਦੱਸੋ ਕਿ weight ਕਿੱਧਰ ਨੂੰ ਐਕਟ ਕਰੇਗਾ, weight ਫਿਰ ਵਰਟੀਕਲੀ ਡਾਊਨਵਰਡ ਹੀ ਐਕਟ ਕਰੇਗਾ, ਇੱਥੇ ਇਸ ਬੋਡੀ ਦਾ weight ਵਰਟੀਕਲੀ ਡਾਊਨਵਰਡ ਐਕਟ ਕਰੇਗਾ ਤੇ ਆਬਵੀਅਸਲੀ weight ਕਿਹਦੇ ਬਰਾਬਰ ਹੋਏਗਾ, ਫਿਰ ਹੋਈ m into g। ਹੁਣ ਇੱਥੇ ਵੀ ਆਬਜੈਕਟ ਆਪਣੀ ਜਗ੍ਹਾ ਤੇ ਸਟੇਬਲ ਹੈ, ਰੈਸਟ ਵਿੱਚ ਹੈ, ਤਾਂ ਇਹਦਾ ਮਤਲਬ ਇਸ weight ਨੂੰ ਬੈਲੈਂਸ ਕਰਨ ਲਈ ਕੋਈ ਫੋਰਸ ਹੋਣਾ ਚਾਹੀਦਾ ਹੈ ਜੋ ਉੱਪਰ ਨੂੰ ਵੀ ਹੋਵੇ, ਤਾਂ ਹੀ ਤਾਂ, ਨਹੀਂ ਤਾਂ ਇਹ ਆਬਜੈਕਟ ਆਪਣੀ ਜਗ੍ਹਾ ਤੇ ਰੁਕਿਆ ਹੀ ਕਿਉਂ ਰਹੇਗਾ, ਇਹਦੀ ਐਕਸਲਰੇਸ਼ਨ ਜ਼ੀਰੋ ਹੀ ਕਿਉਂ ਰਹੇਗੀ। ਤਾਂ ਆਪਾਂ ਕਹਿੰਦੇ ਇਹਦੇ ਉੱਪਰ ਆਪਾਂ ਇੱਕ ਟੈਂਸ਼ਨ ਜਿਹੜੀ ਹੈ ਸਟ੍ਰਿੰਗ ਚੱਲਦੀ, ਸਟ੍ਰਿੰਗ ਚ ਉੱਪਰ ਨੂੰ ਖਿੱਚ ਪੈਂਦੀ ਹੈ ਇੱਕ, ਉਹ ਖਿੱਚ ਹੀ ਉਹਨੂੰ ਫੜ ਕੇ ਰੱਖਦੀ ਹੈ ਆਬਜੈਕਟ ਨੂੰ, ਨਹੀਂ ਤਾਂ ਉਹਦੇ weight ਨੇ ਥੱਲੇ ਲੈ ਜਾਣਾ ਉਹਨੂੰ। ਆਹ ਜਿਹੜੀ ਖਿੱਚ ਜਿਹੀ ਪੈਂਦੀ ਹੈ ਉਹਦੇ ਵਿੱਚ, ਉਸ ਖਿੱਚ ਜਿਹੀ ਨੂੰ ਆਪਣਾ ਟੈਂਸ਼ਨ ਇਨ ਦਾ ਸਟ੍ਰਿੰਗ ਕਹਿ ਦਿੰਦੇ। ਇੱਥੇ ਆਪਾਂ ਨਾਰਮਲ ਰਿਐਕਸ਼ਨ ਕਹਿੰਦੇ ਸੀ, ਜਦੋਂ ਟੇਬਲ ਤੇ ਰੱਖੀ ਆਬਜੈਕਟ ਜਦੋਂ ਲਮਕਾਇਆ ਹੋਇਆ ਤਾਂ ਉਹਨੂੰ ਟੈਂਸ਼ਨ ਕਹਿੰਦੇ ਆ ਇਨ ਦਾ ਸਟ੍ਰਿੰਗ। ਤੇ ਆਹ ਕਿਉਂਕਿ ਇੱਥੇ ਵੀ ਨੈਟ ਫੋਰਸ ਜ਼ੀਰੋ ਹੈ, ਇਸ ਕੇਸ ਦੇ ਵਿੱਚ ਵੀ ਇੱਥੇ ਵੀ ਨੈਟ ਫੋਰਸ ਜ਼ੀਰੋ ਹੈ, ਤੇ ਨੈਟ ਫੋਰਸ ਜ਼ੀਰੋ ਹੈ, ਇਹਦਾ ਮਤਲਬ ਕਿ ਜਿਹੜਾ ਟੈਂਸ਼ਨ ਇਨ ਦਾ ਸਟ੍ਰਿੰਗ ਹੈ ਉਹ ਕਿਹਦੇ ਬਰਾਬਰ ਹੋਏਗਾ ਇਸ ਕੇਸ 'ਚ, ਉਹ ਵੀ ਮਾਸ ਇਨਟੂ ਗ੍ਰੈਵਿਟੀ ਦੇ ਬਰਾਬਰ ਹੋਏਗਾ, weight ਦੇ ਬਰਾਬਰ ਹੋਏਗਾ। ਹਾਂਜੀ ਹੁਣ ਪੁੱਛੋ ਗੁਰਾਂਸ਼। ਸਰ ਜਿੱਦਾਂ ਤੁਸੀਂ ਇਹ ਟੇਬਲ ਦੀ ਐਗਜ਼ਾਮਪਲ ਦਿੱਤੀ ਹੈ, ਜਿਹੜਾ ਉੱਪਰ ਨੂੰ ਇਹਦੇ ਫੋਰਸ ਲੱਗ ਰਿਹਾ R, ਉਹ ਹੈ ਕੀ ਚੀਜ਼, ਉਹ ਕਿਸ ਚੀਜ਼ ਦਾ ਫੋਰਸ ਹੈ? ਹਾਂ ਦੇਖੋ ਬੜਾ ਵਧੀਆ ਕੁਐਸਚਨ ਹੈ, ਕਿਸ ਚੀਜ਼ ਦਾ ਫੋਰਸ ਹੈ ਵੀ ਦੇਖੋ ਹੁਣ ਮੈਨੂੰ ਇਹ ਦੱਸ, ਜਦੋਂ ਤੂੰ ਮੰਨ ਲਾ ਕਿਸੇ ਕੰਧ ਨੂੰ ਫੋਰਸ ਲਾਏਗਾ ਹੌਰੀਜ਼ੌਂਟਲੀ ਧੱਕਾ ਮਾਰੇਗਾ ਜਾਂ ਹੱਥ ਨਾਲ ਮੁੱਕਾ ਮਾਰੇਗਾ ਜ਼ੋਰ ਦੀ, ਜਾਂ ਆਪਣੀ ਹਥੇਲੀ ਉੱਤੇ ਜ਼ੋਰ ਦੀ ਮਾਰੇਗਾ, ਤਾਂ ਤੇਰੀ ਹਥੇਲੀ ਲੱਗੂਗੀ ਵਾਪਸ। ਹਾਂਜੀ ਉਹ ਕੀ ਆ, ਉਹ ਨਾਰਮ, ਉਹ ਰਿਐਕਸ਼ਨ ਹੈ ਨਾ, ਤੇ ਜੇ ਕੰਧ ਨੂੰ ਆਪਾਂ ਮਾਰਿਆ ਤੇ ਕੰਧ ਤੋਂ ਆਪਣੇ ਹੱਥ ਨੂੰ ਵੀ ਸੱਟ ਲੱਗੀ, ਤੂੰ ਕਿੱਧਰ ਮਾਰਿਆ, ਤੂੰ ਕੰਧ ਤੇ ਮਾਰਿਆ, ਤੂੰ ਕੰਧ ਦੇ ਅੰਦਰ ਨੂੰ, ਜਿਹੜੀ ਕੰਧ ਨੂੰ ਫੋਰਸ ਤੂੰ ਲਗਾ ਰਿਹਾ ਨਾ ਅੰਦਰ ਨੂੰ, ਹਾਂਜੀ ਫੋਰਸ ਤੂੰ ਕੰਧ ਨੂੰ ਲਗਾ, ਆ ਕੰਧ ਦਾ ਮੰਨ ਲਾ, ਕੰਧ ਨੂੰ ਤੂੰ ਫੋਰਸ ਤੂੰ ਨੂੰ ਲਗਾ ਰਿਹਾ ਨਾ ਫੋਰਸ, ਤੇਰਾ ਫੋਰਸ ਤਾਂ ਇਹ ਅਪਲਾਈਡ ਫੋਰਸ ਹੈ, ਪਰ ਤੇਰੇ ਹੱਥ ਨੂੰ ਫੋਰਸ ਕਿਉਂ ਲੱਗੀ ਸੱਟ, ਕਿਉਂਕਿ ਤੇਰੇ ਹੱਥ ਨੂੰ ਬਿਲਕੁਲ ਦਾ ਬਰਾਬਰ ਦਾ ਇੱਕ ਰਿਐਕਸ਼ਨ ਮਿਲਿਆ ਉਸ ਦਾ, ਠੀਕ ਆ। ਹੁਣ ਇੱਥੇ ਤਾਂ ਫੋਰਸ ਤੂੰ ਲਗਾ ਰਿਹਾ ਹੁੰਨਾ, ਪਰ ਜਦੋਂ ਤੂੰ ਕਿਸੇ ਜਗ੍ਹਾ ਕੁਰਸੀ ਤੇ ਬੈਠਿਆ ਹੁੰਨਾ ਤਾਂ ਤੇਰਾ weight ਆਪਣੇ ਆਪ ਹੀ ਨੀਚੇ ਨੂੰ ਲੱਗ ਰਿਹਾ ਹੁੰਦਾ ਫੋਰਸ, ਹਾਂਜੀ, ਤੇ ਉਹਦਾ ਫਿਰ ਨਾਰਮਲ ਰਿਐਕਸ਼ਨ ਤੈਨੂੰ ਮਿਲਦਾ ਹੈ ਉਸ ਸਰਫੇਸ ਤੋਂ ਉੱਪਰ ਨੂੰ, ਜਿਹਦੇ ਕਰਕੇ ਤੂੰ ਉੱਥੇ ਆਰਾਮ ਨਾਲ ਬੈਠਾ ਰਹਿਣਾ ਵਾ। ਮਤਲਬ ਉਹ ਸਰਫੇਸ ਲਾ ਰਹੀ ਹੈ, ਜਿਹੜਾ ਫੋਰਸ ਲਾ ਰਹੀ ਹੈ। ਹਾਂ ਐਗਜ਼ੈਕਟਲੀ, ਉਹ ਸਰਫੇਸ ਲਗਾ ਰਹੀ ਹੈ ਫੋਰਸ ਉੱਪਰ ਨੂੰ, ਜਿਹੜਾ ਲਗਾ ਰਹੀ ਹੈ, ਕਿਉਂਕਿ ਤੂੰ ਸਰਫੇਸ ਤੇ ਲਾਇਆ, ਤੂੰ ਸਰਫੇਸ ਤੇ ਲਾਇਆ ਨਹੀਂ, ਤੂੰ ਬੈਠਾ ਹੋ ਸਰਫੇਸ ਤੇ ਬਸ ਇੱਥੇ। ਸੋ ਓਕੇ ਸਰ, ਤੇਰਾ ਆਪਣਾ ਨੀਚੇ ਨੂੰ weight ਲੱਗ ਰਿਹਾ, ਉਸ weight ਨੂੰ ਹੀ ਬੈਲੈਂਸ ਕੀਤਾ ਜਾ ਰਿਹਾ ਉਹਦੇ ਨਾਲ, ਤੇ ਉਹ ਉਹਦੇ ਕਰਕੇ ਜਿਹੜੀ ਤੇਰੀ ਬੋਡੀ ਹੈ, ਆਹ ਵਾਲੀ ਬੋਡੀ ਉੱਪਰਲੀ ਆ ਨਹੀਂ ਜਾ ਰਹੀ ਨੀਚੇ। ਸਰ ਹੁਣ ਮੇਰਾ ਕੁਐਸਚਨ ਮਤਲਬ ਜੋ ਮੈਂ ਪੁੱਛਣਾ ਸੀ ਅਸਲ 'ਚ, ਹੁਣ ਮੰਨ ਲਓ ਮੈਂ ਟੇਬਲ ਪੁੱਠਾ ਕਰਤਾ, ਕਿਨੂੰ ਟੇਬਲ ਮੈਂ ਪੁੱਠਾ ਕਰਤਾ, ਆਬਜੈਕਟ ਮੈਂ ਥੱਲੇ ਰੱਖਤਾ, ਉਹਦਾ ਫਿਰ ਵੀ ਉੱਪਰ ਨੂੰ ਫੋਰਸ ਲੱਗੇਗਾ, ਉਹ ਫਿਰ ਥੱਲੇ ਕਾ ਡਿੱਗ ਰਿਹਾ ਹੈ। ਜੇ ਤੂੰ ਟੇਬਲ ਨੂੰ ਪੁੱਠਾ ਕਰਤਾ ਇਸ ਤਰ੍ਹਾਂ, ਹਾਂਜੀ ਆਬਜੈਕਟ ਹੁਣ ਥੱਲੇ ਆ ਗਿਆ, ਆਬਜੈਕਟ ਰੱਖਤਾ ਨਾ, ਹਾਂਜੀ। ਹੁਣ ਜਦੋਂ ਇੱਥੇ ਆਬਜੈਕਟ ਰੱਖੇਗਾ ਤਾਂ ਇਸ ਆਬਜੈਕਟ ਨੂੰ ਨਾਰਮਲ ਰਿਐਕਸ਼ਨ ਕਿਉਂ ਲੱਗੂਗਾ, ਇਹਦੇ ਕਰਕੇ ਤੇਰੇ ਟੇਬਲ ਤੇ ਕੀ ਫੋਰਸ ਲੱਗੂਗਾ, ਤੂੰ ਮਤਲਬ ਕਣਕ ਦੀ ਬੋਰੀ ਨੂੰ ਛੱਤ ਨਾਲ ਲਾ ਲੇਗਾ, ਨਹੀਂ, ਬੋਰੀ ਦਾ weight ਤਾਂ ਨੀਚੇ ਨੂੰ ਰਹੂਗਾ ਨਾ ਹਮੇਸ਼ਾ। ਹਾਂਜੀ ਇੱਥੇ ਇਹਦੇ ਕਿਉਂਕਿ ਇਹਦੇ ਉੱਪਰ ਨਹੀਂ ਹੈਗਾ ਬੈਲੈਂਸ ਕਰਨ ਵਾਲਾ ਕੁਝ ਵੀ ਨਾ, ਉੱਪਰ ਨਹੀਂ ਹੈਗਾ ਨਾ ਬੈਲੈਂਸ ਕਰਨ ਲਈ, ਸਮਝ ਲੱਗ ਰਹੀ ਮੇਰੀ ਗੱਲ, ਕਿਉਂਕਿ ਇਹ ਜਿਹੜੀ ਜਿਹੜਾ ਆਬਜੈਕਟ ਆ ਇਹਨੂੰ ਕੋਈ ਰਿਐਕਸ਼ਨ ਵਰਗੀ ਕੋਈ ਚੀਜ਼ ਹੈ ਹੀ ਨਹੀਂ ਇੱਥੇ ਇਸ ਜਗ੍ਹਾ ਤੇ, ਕਿਉਂਕਿ ਇਹਦਾ ਨੀਚੇ ਰੱਖਿਆ ਤਾਂ ਆ ਇੱਥੇ ਰੁਕਣਾ ਹੀ ਨਹੀਂ, ਗਿਰਨਾ ਹੀ ਆ, ਕਿਉਂ, ਕਿਉਂਕਿ ਇੱਕ ਫੋਰਸ ਆ ਇਕੱਲਾ। ਬਲਕਿ ਸਰ ਉਹ ਤਾਂ ਫਿਰ ਸਰਫੇਸ ਨਾਲ ਹੈਗਾ ਅਟੈਚ, ਉਹਦਾ ਵੀ ਉੱਪਰ ਨੂੰ ਲੱਗਣਾ ਚਾਹੀਦਾ। ਅਟੈਚ ਇੱਥੇ ਕਿੱਥੇ ਅਟੈਚ ਆ, ਇਹ ਤਾਂ ਮਤਲਬ ਵਰਚੁਅਲ ਅਟੈਚਮੈਂਟ ਹੀ ਹੋਏਗੀ ਉੱਥੇ, ਉਹ ਤਾਂ ਜਸਟ ਜਦੋਂ ਤੱਕ ਤੁਸੀਂ ਉਹਨੂੰ ਛੱਡਦੇ ਨਹੀਂ ਉਦੋਂ ਤੱਕ ਤੁਸੀਂ ਹੱਥ ਨਾਲ ਫੜ ਕੇ ਰੱਖਿਆ ਉਹਨੂੰ ਉੱਥੇ ਉੱਪਰ, ਉਹ ਤਾਂ ਫਿਰ ਮੇਰਾ ਫੋਰਸ ਲੱਗ ਰਿਹਾ ਉੱਤੇ mg ਦੇ ਰਿਵਰਸ ਦੇ ਵਿੱਚ। ਹਾਂਜੀ ਉਹ ਤਾਂ ਲੱਗ ਰਿਹਾ ਨਾ ਕਿਉਂਕਿ ਇਹਦਾ weight ਨੀਚੇ ਨੂੰ ਐਕਟ ਕਰ ਰਿਹਾ ਅਸਲ ਵਿੱਚ। ਅੱਛਾ ਮੇਰੀ ਗੱਲ ਸੁਣ,
ਹੁਣ ਧਿਆਨ ਨਾਲ ਸੁਣੀ ਗੱਲ। ਮੰਨ ਲਾ ਇੱਕ ਵੱਡਾ ਸਾਰਾ ਆਬਜੈਕਟ ਆ, ਠੀਕ ਹੈ, ਮਾਸ m ਦਾ, ਤੇ ਗੁਰਾਂਸ਼ ਜਦੋਂ ਇੱਥੇ ਖੜਾ ਹੋਊਗਾ ਜਾਂ ਗੁਰਾਂਸ਼ ਇਦਾਂ ਖੜਾ ਹੋਊਗਾ, ਚੱਲ ਤੈਨੂੰ ਭਾਵੇਂ ਨਹੀਂ ਆਉਂਦਾ ਉਹ ਕਰਨਾ, ਮੈਂ ਆ ਤੇਰਾ ਕਰਾਤਾ ਆਪਣਾ ਹੈਂਡ ਸਟੈਂਡ ਯਾਰ, ਠੀਕ ਆ। ਹੁਣ ਤੂੰ ਮੈਨੂੰ ਦੱਸ ਵੀ ਆ ਤੇਰੀ ਸਿਚੁਏਸ਼ਨ ਆ ਤੇ ਆ ਵੀ ਤੇਰੀ, ਠੀਕ ਆ। ਹਾਂਜੀ। ਤੂੰ ਕਿਹੜੀ ਸਿਚੁਏਸ਼ਨ 'ਚ ਜ਼ਿਆਦਾ ਮਤਲਬ ਆਨੰਦ ਮਹਿਸੂਸ ਕਰੇਗਾ ਜਾਂ ਫਿਰ ਤੈਨੂੰ ਵੇਟ ਮਹਿਸੂਸ ਹੋਊਗਾ ਇਸ ਆਬਜੈਕਟ ਦਾ, ਮੈਨੂੰ ਦੱਸ। ਮੈਂ ਜਦ ਥੱਲੇ ਹੋਵਾਂਗਾ ਆਬਜੈਕਟ ਦੇ। ਹਾਂ, ਜਦੋਂ ਆਬਜੈਕਟ ਦੇ ਥੱਲੇ ਹੋਏਗਾ ਤਾਂ ਬੇਤਾ ਤਾਂ ਹੋਏਗਾ। ਹੁਣ ਟਰੱਕ ਦੇ ਉੱਪਰ ਤੂੰ ਹੋਵੇਂ ਤਾਂ ਤੈਨੂੰ ਥੋੜਾ ਨਾ ਟਰੱਕ ਦੇ ਥੱਲੇ ਹੋਏਗਾ, ਫਿਰ ਪਤਾ ਲੱਗੂ ਟਰੱਕ ਪਲਟ, ਹਾਂਜੀ ਹਨਾ। ਹਾਂਜੀ। ਹੁਣ ਆ ਆਬਜੈਕਟ ਦਾ weight ਤੇਰੇ ਸਿਰ ਤੇ ਲੱਗੂਗਾ, ਆ ਟਿੰਡ ਤੇ ਤੇਰੀ, ਇਸ ਤਰ੍ਹਾਂ ਤੇਰੀ ਇਧਰ, ਹਾਂ ਇਸ ਤਰ੍ਹਾਂ, ਠੀਕ ਆ। ਤੇ ਹੁਣ ਇਹਦੇ ਕਰਕੇ ਜਿਹੜਾ ਉਹ ਹੋਊਗਾ, ਜਿਹੜਾ ਨਾਰਮਲ ਰਿਐਕਸ਼ਨ ਆ ਉਹ ਤੇਰੇ ਸਿਰ ਤੇ ਲੱਗੂਗਾ ਇੱਥੋਂ ਐ। ਤੇਰਾ ਸਿਰ, ਹੁਣ ਇਹ ਤੇਰੇ ਸਿਰ ਤੇ ਡਿਪੈਂਡ ਕਰਦਾ ਕਿ ਤੇਰਾ ਸਿਰ ਇੰਨੀ ਨਾਰਮਲ ਰਿਐਕਸ਼ਨ ਦੇ ਸਕਦਾ ਕਿ ਨਹੀਂ ਦੇ ਸਕਦਾ। ਜੇ ਤੇਰਾ ਸਿਰ ਤੇ ਤੇਰੀ ਨੈਕ ਦੇ ਵਿੱਚ ਇੰਨੀ ਜਾਨ ਹੈਗੀ ਆ ਕਿ ਉਹ ਇਹਦੇ weight ਦੇ ਬਰਾਬਰ ਨਾਰਮਲ ਰਿਐਕਸ਼ਨ ਪ੍ਰੋਵਾਈਡ ਕਰ ਸਕਦਾ, ਕਿਉਂਕਿ ਹਰ ਸਰਫੇਸ ਦੀ ਅਲੱਗ-ਅਲੱਗ ਕੈਪੈਸਿਟੀ ਆ। ਪਲਾਈਵੁੱਡ ਨੇ ਥੋੜੀ ਮਤਲਬ ਉਹ ਹਾਥੀ ਬਿਠਾ ਲੈਣਾ ਉੱਪਰ। ਹਾਂਜੀ। ਤਾਂ ਹੁਣ ਉਹ ਜਦੋਂ ਤੱਕ ਤੇ ਤੇਰੀ ਕਹਿੰਦੇ ਸ਼ੋਲਡਰਸ ਨੇ ਤੇ ਤੇਰੇ ਗਿੱਚੀ ਨੇ ਤੇਰੀ ਭਾਰ ਝੱਲਿਆ, ਉਹ ਤੱਕ ਤਾਂ ਠੀਕ ਆ। ਜਦੋਂ ਭਾਈ ਸਾਹਿਬ ਤੂੰ ਨਹੀਂ ਚੱਲਿਆ ਤਾਂ ਤੇਰਾ weight ਦੇ ਉੱਪਰ weight ਤਾਂ ਉਹਨੇ ਐਕਟ ਕਰ ਰਿਹਾ ਹੈ, weight ਤਾਂ ਆਬਜੈਕਟ ਦਾ ਆ, ਤੇ ਨਾਰਮਲ ਰਿਐਕਸ਼ਨ ਘਟ ਜਾਣਾ ਵਾ। ਤੇ ਉਹਦੇ ਕਰਕੇ ਜਦੋਂ weight ਵੱਧ ਗਿਆ ਨੀਚੇ ਨੂੰ ਤਾਂ ਉਹਦੇ ਕਰਕੇ ਤੇਰੇ ਗਰਦਨ 'ਚ ਮਰੋੜੇ ਖਾ ਕੇ ਆਬਜੈਕਟ ਥੱਲੇ ਆ ਜਾਣਾ, ਤੂੰ ਦੱਬਿਆ ਜਾਣਾ ਥੱਲੇ। ਹਾਂਜੀ ਸਰ। ਜਦੋਂ ਤੂੰ ਉੱਪਰ ਆ ਇਸ ਤਰ੍ਹਾਂ, ਉਹ ਸੌਰੀ ਤੇਰਾ ਸਿਰ ਮੈਂ ਉਡਾਤਾ, ਆ ਲੈ ਫਿਰ, ਠੀਕ ਆ। ਮੈਂ ਹੈ ਹੀ ਨਹੀਂ ਇੱਦਾਂ। ਤਾਂ ਇੱਥੇ ਹੈਗਾ ਹੁਣ ਤਾਂ ਤੂੰ ਪੁੱਟਾ ਹੈਂਡ ਸਟੈਂਡ ਕੀਤਾ ਜਿਵੇਂ ਤੂੰ ਫਰਸ਼ ਤੇ ਕੀਤਾ ਹੁੰਦਾ। ਯੈਸ ਸਰ। ਫਰਸ਼ ਤੇ ਤੂੰ ਖੜਾ ਹੁੰਦਾ ਜਿਵੇਂ ਉਵੇਂ ਆ। ਹੁਣ ਤਾਂ ਆਬਜੈਕਟ ਨੂੰ ਮੰਨ ਲਾ ਫਰਸ਼ ਤੇ ਰੱਖਣਾ ਪੈਣਾ ਵਾ, ਫਿਰ ਤੂੰ ਹੈਂਡ ਸਟੈਂਡ ਕਰੇਗਾ, ਹਵਾ 'ਚ ਥੋੜੀ ਕਰੇਗਾ। ਯੈਸ। ਹੁਣ ਤੇਰਾ weight ਆ ਨੀਚੇ ਨੂੰ ਐਕਟ ਕਰ ਰਿਹਾ ਜਿਹੜਾ ਬੋਡੀ ਤੇ। ਹੁਣ ਆਬਜੈਕਟ ਦਾ ਤੇਰੇ ਤੇ ਸੀ ਨਾ ਪਹਿਲਾਂ, ਹੁਣ weight ਤੇਰਾ ਆ ਜਿਹੜਾ, ਠੀਕ ਹੈ, ਤੇਰਾ weight ਆ ਹੁਣ ਨੀਚੇ ਨੂੰ। ਹੁਣ ਇਸ ਬੋਡੀ ਦੇ ਸਰਫੇਸ ਤੋਂ ਤੈਨੂੰ ਨਾਰਮਲ ਰਿਐਕਸ਼ਨ ਮਿਲਣਾ ਉੱਪਰ ਨੂੰ। ਯੈਸ ਠੀਕ ਹੈ ਸਰ, ਲੱਗ ਗਿਆ ਪਤਾ। ਠੀਕ ਹੈ, ਤਾਂ ਹੋਵੇਗਾ। ਮਤਲਬ ਐ ਨਹੀਂ ਹੋ ਸਕਦਾ ਕਿ, ਤੇ ਨਾਰਮਲ ਰਿਐਕਸ਼ਨ ਦੇ ਬਾਰੇ ਬਹੁਤ ਇੰਪੋਰਟੈਂਟ, ਬੜੀ ਬੇਸਿਕ, ਬੜੀ ਕਾਮਨ ਸੈਂਸ ਵਾਲੀ ਗੱਲਾਂ ਆਪਾਂ ਕਰਾਂਗੇ, ਕੱਲ ਕਰਾਂਗੇ ਆਪਾਂ ਜਦੋਂ। ਤੇ ਅੱਜ ਮੈਂ ਤੁਹਾਨੂੰ ਸਿਰਫ ਬਹੁਤ ਬੇਸਿਕ ਆਈਡੀਆ ਦੇ ਰਿਹਾ ਕਿ ਇਹਨੂੰ ਗੱਲ ਨੂੰ ਸਮਝੋ। ਨੈਟ ਫੋਰਸ ਕੀ ਹੁੰਦਾ ਇੱਥੇ, ਤੇ ਸਿੰਪਲ ਜੀ ਗੱਲ ਇਹ ਸਮਝ ਕਿ ਇੱਥੇ ਦੱਸ ਮੈਨੂੰ ਆਬਜੈਕਟ ਮੂਵ ਕਰ ਰਿਹਾ, ਨਹੀਂ ਕਰ ਰਿਹਾ ਨਾ, ਹਨਾ, ਮੂਵ ਹੀ ਨਹੀਂ ਕਰ ਰਿਹਾ। ਜੇ ਕੋਈ ਨਹੀਂ ਕਰ ਰਿਹਾ ਯਾਨੀ ਕਿ ਉਹ ਐਕਸਲਰੇਟ ਨਹੀਂ ਹੋ ਰਿਹਾ। ਬੇਸਿਕਲੀ ਆਪਾਂ ਕਹਿੰਦੇ ਐਕਸਲਰੇਸ਼ਨ ਕਿੰਨੀ ਹੈ ਜੀ? 0। ਇਹਦੀ ਵੀ ਐਕਸਲਰੇਸ਼ਨ ਕਿੰਨੀ ਹੈ? 0। ਮਤਲਬ ਇਹ ਤੇ ਨੈਟ ਫੋਰਸ ਐਕਟ ਹੀ ਨਹੀਂ ਕਰ ਰਿਹਾ, ਤਾਂ ਹੀ ਤਾਂ ਐਕਸਲਰੇਸ਼ਨ 0 ਆ। ਹਾਂਜੀ, ਕਰਕੇ ਇੱਥੇ ਨਾਰਮਲ ਰਿਐਕਸ਼ਨ mg ਦੇ ਬਰਾਬਰ ਹੋਊਗੀ ਤੇ ਇੱਥੇ ਟੈਂਸ਼ਨ mg ਦੇ ਬਰਾਬਰ ਹੋਊਗੀ। ਸੋ ਜੇ ਉਸੇ ਆਬਜੈਕਟ ਨੂੰ ਧਾਗੇ ਨਾਲ ਲਮਕਾਇਆ ਤਾਂ ਟੈਂਸ਼ਨ ਉਹਨੂੰ ਸਪੋਰਟ ਕਰ ਰਹੀ ਹੈ, weight ਨੂੰ, ਤਾਂ ਲਮਕਿਆ ਹੋਇਆ ਉਹ। ਉਸੇ ਤਰ੍ਹਾਂ ਜੇ ਉਸ ਆਬਜੈਕਟ ਨੂੰ ਚੱਕ ਕੇ ਕਿਸੇ ਸਰਫੇਸ ਤੇ ਰੱਖਿਆ ਤਾਂ ਨਾਰਮਲ ਰਿਐਕਸ਼ਨ ਆ ਜਿਹੜੀ ਉਹ weight ਨੂੰ ਬੈਲੈਂਸ ਕਰ ਰਹੀ ਹੈ, ਸਪੋਰਟ, ਤਾਂ ਹੀ ਉੱਥੇ ਰੱਖਿਆ ਗਿਆ। ਠੀਕ ਹੈ ਸਰ। ਸਲਾਈ ਮਸ਼ੀਨ ਵਾਲਾ ਜਿਹੜਾ ਧਾਗਾ ਹੁੰਦਾ, ਇੱਕ ਰੀਲ ਜੀ ਆਉਂਦੀ ਆ 3 ਰੁਪਏ ਦੀ ਆਉਂਦੀ ਸੀ, ਜਿਹੜੀ ਉਹ ਤੁਸੀਂ ਘਰੇ ਵਰਤਦੇ ਹੋਗੇ। ਉਹ ਰੀਲ ਦੇ ਨਾਲ ਤੂੰ 10 ਕਿਲੋ ਦਾ ਪੱਥਰ ਥੋੜੀ ਲਮਕਾ ਲੇਗਾ। ਨਹੀਂ, 10 ਕਿਲੋ ਦਾ ਪੱਥਰ ਜੇ ਇੱਥੇ ਹੈਗਾ, 10 ਕਿਲੋ ਦਾ ਪੱਥਰ ਤੇ ਉਹ ਰੀਲ ਜੀ ਨਾਲ ਤੂੰ ਲਮਕਾ ਕੇ ਦੇਖ ਲੈ, ਇਹਨੂੰ ਚੱਕ ਕੇ ਦੇਖਦੇ, ਉਹਨੇ ਟੁੱਟਿਆ ਨਾ ਨਾਲ ਹੀ ਵਿੱਚ, ਕਿਉਂਕਿ ਉਸ ਥ੍ਰੈਡ ਦੀ ਆਪਣੀ ਕੈਪੈਸਿਟੀ ਹੁੰਦੀ ਹੈ ਕਿ ਕਿੰਨੀ ਟੈਨਸ਼ਨ ਨੂੰ ਬਰਦਾਸ਼ਤ ਕਰ ਸਕਦੀ ਆ, ਕਿੰਨੀ ਟੈਨਸ਼ਨ ਪ੍ਰੋਵਾਈਡ ਕਰ ਸਕਦੀ ਆ ਬਿਨਾਂ ਟੁੱਟੇ। ਜਦੋਂ ਉਹਨੂੰ ਖਿੱਚ ਬਹੁਤ ਜ਼ਿਆਦਾ ਹੋ ਗਈ ਉਹਨੂੰ ਟੁੱਟਿਆ ਨਾ। ਇਸ ਲਈ ਕਿਸੇ ਐ ਨਹੀਂ ਕਿ ਹਰੇਕ ਸਰਫੇਸ ਤੇ ਤੁਸੀਂ ਮਤਲਬ ਪਤਲੀ ਜੀ ਇੱਕ ਸਰਮਾਈਕਾ ਪਲੇਟ ਜਾਂ ਪਲਾਈ ਲੈ ਕੇ ਇਸ ਤਰ੍ਹਾਂ ਦਾ ਟੇਬਲ ਬਣਾ ਲਿਆ, ਉਹਦੇ ਤੇ ਤੁਸੀਂ ਬੰਦਾ ਬਿਠਾ ਲਿਆ 150 ਕਿਲੋ ਦਾ, ਤੇ ਉਹ ਬੰਦਾ ਤਾਂ ਥੱਲੇ ਆ ਜਾਣਾ ਨਾਲ ਹੀ। ਕਿਉਂ ਥੱਲੇ ਆ ਜਾਣਾ? ਕਿਉਂਕਿ ਉੱਥੇ weight ਜ਼ਿਆਦਾ ਹੋਣਾ ਆ, weight ਜ਼ਿਆਦਾ ਹੋਣਾ ਤੇ ਰਿਐਕਸ਼ਨ ਨੂੰ ਨਹੀਂ ਮਿਲਣੀ ਪਾਣੀ, ਉਹਨੇ ਟੁੱਟਿਆ ਨਾ। ਮਤਲਬ ਸਿੰਪਲ ਜੀ ਗੱਲ ਇਹ ਹੈ, ਇਸ ਗੱਲ ਨੂੰ ਬਹੁਤ ਸਿੰਪਲੀ ਤੁਸੀਂ ਇਸ ਤਰ੍ਹਾਂ ਸਮਝੋ, ਹੌਰੀਜ਼ੌਂਟਲ ਦੇ ਕੇਸ 'ਚ ਸਮਝੋ ਕਿ ਜੇ ਇੱਥੇ ਕੋਈ ਆਬਜੈਕਟ ਹੋਵੇ ਤੇ ਜੇ ਉਹ ਇੱਧਰ ਨੂੰ ਜ਼ਿਆਦਾ ਫੋਰਸ ਲੱਗੇਗਾ ਤਾਂ ਉਹ ਇੱਧਰ ਨੂੰ ਮੂਵ ਕਰਨਾ ਚਾਹੀਦਾ ਹੈ, ਐਕਸਲਰੇਸ਼ਨ ਇਹਦੇ ਨਾਲ, ਹੈ ਕਿ ਨਹੀਂ? ਹਨਾ, ਸਮਝ ਆ ਗਈ? ਯੈਸ ਸਰ। ਤੇ ਜੇ ਇਹ ਇੱਧਰ ਨੂੰ ਜ਼ਿਆਦਾ ਲੱਗੇਗਾ ਲੈਫਟ ਸਾਈਡ ਵਾਲੇ ਪਾਸੇ ਨੂੰ ਤੇ ਇੱਧਰ ਨੂੰ ਘੱਟ ਲੱਗੇਗਾ ਤਾਂ ਉਹਦਾ ਨੈਟ ਐਕਸਲਰੇਸ਼ਨ ਇੱਧਰ ਨੂੰ ਹੋਣੀ ਚਾਹੀਦੀ ਹੈ। ਯੈਸ ਸਰ।
ਤੇ ਜੇ ਉਹਨੂੰ ਦੋਨੋਂ ਪਾਸੇ ਬਰਾਬਰ ਫੋਰਸ ਲੱਗੇਗਾ ਤਾਂ ਉਹਦੀ ਨੈਟ ਐਕਸਲਰੇਸ਼ਨ ਕਿੰਨੀ ਹੋਣੀ ਚਾਹੀਦੀ ਹੈ? 0 ਤੇ ਐਕਸਲਰੇਸ਼ਨ 0 ਦਾ ਮਤਲਬ ਜਾਂ ਤਾਂ ਆਬਜੈਕਟ ਹੋਊਗਾ ਰੈਸਟ ਵਿੱਚ ਜਾਂ ਯੂਨੀਫਾਰਮ ਮੋਸ਼ਨ ਦੇ ਵਿੱਚ, ਦੋਨੋਂ ਕੇਸ ਵਿੱਚ ਫਿਰ ਉਹ ਗੱਲ ਹੋਊਗੀ। ਕਲੀਅਰ ਹੈ ਗੱਲ? yes sir ਕਿਉਂਕਿ ਯੂਨੀਫਾਰਮ ਮੋਸ਼ਨ 'ਚ ਬਾਡੀ ਤਾਂ ਆਉਂਦੀ ਜਦੋਂ ਉਹਨੂੰ ਨੈਟ ਫੋਰਸ 0 ਹੋਵੇ, ਕਿਉਂਕਿ ਜੇ ਨੈਟ ਫੋਰਸ ਹੋਏਗਾ ਤਾਂ ਜਾਂ ਤਾਂ ਉਹ ਬਾਡੀ ਦੀ ਵੈਲੋਸਿਟੀ ਵਧੇਗੀ ਜਾਂ ਘਟੇਗੀ, ਜਿਵੇਂ ਨਿਊਟਨ ਦਾ ਫਸਟ ਲਾਅ ਕਹਿੰਦਾ ਹੈ until and unless it is acted upon by some external force it will keep on moving with the same velocity in the same direction, and if it is at rest then it will continue to be at rest। ਠੀਕ ਹੈ ਗੱਲ? ਸੋ ਆਹ ਦੋ ਗੱਲਾਂ ਬਹੁਤ ਸਿੰਪਲ ਜਿਹੀਆਂ ਸਮਝਾਈਆਂ ਮੈਂ ਹੁਣੀ ਤੁਹਾਨੂੰ। ਹੁਣ ਮੈਂ ਤੁਹਾਨੂੰ ਦੱਸਦਾ ਇਹ ਆਰ ਹੁੰਦਾ ਕੀ ਹੈ ਅਸਲ ਵਿੱਚ। ਇਹਨੂੰ ਇੱਕ ਹੋਰ ਆਪਾਂ ਚੀਜ਼ ਕਹਿ ਸਕਦੇ ਹਾਂ, ਇਹ ਆਰ ਹੀ ਉਹ ਅਪੇਰੈਂਟ weight ਹੁੰਦਾ ਆ। ਅਪੇਰੈਂਟ weight ਇੱਥੇ ਤਾਂ weight ਹੀ ਹੈ, ਇੱਥੇ ਅਪੇਰੈਂਟ weight ਹੀ ਹੈ ਬੇਸਿਕਲੀ। ਮੈਂ ਦੱਸਦਾ ਅਪੇਰੈਂਟ ਕਿਉਂ ਕਹਿ ਰਿਹਾ ਮੈਂ, ਜਿਹਦੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ weight ਹੈ। ਤੁਸੀਂ ਅੱਛਾ ਮੈਨੂੰ ਦੱਸੋ, ਉਹ ਜਿਹੜਾ ਹੁੰਦਾ ਆ ਝੂਟਾ ਮੇਲੇ 'ਚ ਆਹ ਵਾਲਾ ਕਿਸ਼ਤੀ ਵਾਲਾ ਐ ਲੱਗਿਆ ਹੁੰਦਾ ਤੇ ਐ ਚੱਲਦਾ ਹੈ, ਇਹ ਕਿਸੇ ਨੇ ਝੂਟਾ ਤੁਸੀਂ ਲਿਆ ਸਾਰਿਆਂ ਨੇ? ਹਾਂਜੀ ਸਰ। yes sir ਜਿਹਨੇ ਨਹੀਂ ਬੈਠਿਆ ਡਰ ਲੱਗ ਗਿਆ ਪਹਿਲਾਂ ਹੀ ਚੀਕਾਂ ਦੇਖ ਕੇ ਲੋਕਾਂ ਦੀਆਂ, ਮੰਨ ਲਓ ਕੋਈ ਗੱਲ ਨਹੀਂ, ਇੱਥੇ ਕਿਹੜਾ ਆਪਾਂ ਮੈਡਲ ਦੇਣਾ ਵੈਸੇ। ਸੋ ਜੇ ਤਾਂ ਤੁਸੀਂ ਨਹੀਂ ਬੈਠੇ ਹੋ ਤਾਂ ਐਤਕੀ ਤੁਹਾਡਾ ਇਹ ਵੀ ਹੋਮਵਰਕ ਆ, ਇਹ ਬਹੁਤ ਜ਼ਰੂਰੀ ਆ। ਇੱਕ ਤਾਂ ਤੁਸੀਂ ਉਹ ਜਿਹੜਾ ਹੁੰਦਾ ਨਾ ਇੱਥੇ ਕੀ ਕਹਿੰਦੇ ਹੋ ਹੰਡੋਲ ਚੰਡੋਲ ਜਾਂ ਜੋ ਹੁੰਦਾ ਉਹ ਝੂਟਾ ਲੈਣਾ ਵਾ। ਇੱਕ ਤੁਸੀਂ ਆ ਚੰਡੋਲ, ਹਾਂ ਚੰਡੋਲ, ਤੇ ਆ ਪਤਾ ਨਹੀਂ ਹੁਣ ਮੇਲਾ ਇਸ ਵਾਰ ਲੱਗੂਗਾ ਵੀ ਕਿ ਨਹੀਂ, ਇਸ ਵਾਰ ਤਾਂ ਸੱਚ ਆਪਣਾ ਲੰਘ ਗਿਆ ਮੇਲਾ ਹੈ। ਕੀ ਹੋ ਗਿਆ? योगेश कह रहा है कुछ? नहीं सर मैं कुछ नहीं किया। अच्छा अच्छा, ਤੇ ਜਿਨ੍ਹਾਂ ਨੇ ਨਹੀਂ ਲਿਆ ਝੂਟਾ ਉਹ ਝੂਟਾ ਲੈ ਕੇ ਆਏ ਹੋ। ਤੁਹਾਨੂੰ ਨਹੀਂ ਤਾਂ ਫਿਜ਼ਿਕਸ ਸਮਝ ਨਹੀਂ ਆਣੀ ਹੈਗੀ। ਫਿਜ਼ਿਕਸ ਤੁਹਾਨੂੰ ਫੀਲ ਵੀ ਹੋਣੀ ਚਾਹੀਦੀ ਆ, ਪਤਾ ਤਾਂ ਲੱਗੇ 9.8 ਤੇ ਬੰਦਾ ਜ਼ਿਆਦਾ ਥੱਲੇ ਮਹਿਸੂਸ ਕਿਦਾਂ ਦਾ ਹੁੰਦਾ ਆ। ਤੇ ਉੱਥੇ ਕੀ ਆ, ਉਹ ਉੱਤੇ ਜਦੋਂ ਟੌਪ ਤੇ, ਮੈਂ ਇੱਥੇ ਟੌਪ ਤੇ ਬੈਠਦਾ ਹੁੰਦਾ ਸੀਗਾ, ਇੱਥੇ ਟੌਪ ਤੇ ਜਦੋਂ ਇਹ ਉੱਪਰ ਨੂੰ ਜਾਂਦਾ ਆ ਤੇ ਜਦੋਂ ਨੀਚੇ ਨੂੰ ਆਉਂਦਾ ਨਾ, ਉੱਪਰ ਨੂੰ ਜਾਂਦਾ ਤਾਂ ਬੜਾ ਨਜ਼ਾਰਾ ਆਉਂਦਾ, ਜਦੋਂ ਨੀਚੇ ਨੂੰ ਜਾਂਦਾ ਨਾ ਤਾਂ ਐ ਲੱਗਦਾ ਸਾਰਾ ਖੂਨ ਬਲੱਡ ਦਾ ਉੱਪਰ ਨੂੰ ਆ ਰਿਹਾ, ਯਾਨੀ ਆਪਣਾ weight ਮਹਿਸੂਸ ਹੀ ਨਹੀਂ ਹੁੰਦਾ ਆਪਾਂ ਨੂੰ। ਆਪਾਂ ਨੂੰ ਲੱਗਦਾ ਆਪਾਂ ਹਲਕੇ ਹੋ ਗਏ ਬਹੁਤ ਜ਼ਿਆਦਾ, ਹੁੰਦਾ ਕਿ ਨਹੀਂ? yes sir ਹੱਥ ਖੜੇ ਕਰੋ ਕਿਹਨਾਂ ਨੇ ਇਹ ਮਹਿਸੂਸ ਕੀਤੀ ਹੈ ਚੀਜ਼ ਵੀ ਆਪਾਂ ਜਦੋਂ ਉੱਪਰ ਨੂੰ ਜਾਂਦਾ ਹੈ ਉਹ ਤਾਂ ਆਪਾਂ ਨੂੰ ਲੱਗਦਾ ਆਪਾਂ ਹਲਕੇ ਹੋ ਗਏ ਆ। ਕਿੰਨੇ ਜਣੇ ਆ ਦੇਖੀਏ ਹੈਂਡ ਰੇਜ਼। ਨੀਚੇ ਨੂੰ ਆਉਂਦਾ ਸਰ, ਹਾਂ ਨੀਚੇ ਨੂੰ ਆਉਂਦਾ, ਸੌਰੀ ਨੀਚੇ ਨੂੰ, ਜਦੋਂ ਨੀਚੇ ਨੂੰ ਆਉਂਦਾ ਤਾਂ ਆਪਾਂ ਮਹਿਸੂਸ ਹੁੰਦਾ ਹਲਕੇ ਹੋ ਗਏ ਆਪਾਂ ਨਾ। ਤੇ ਚਲੋ ਜੇ ਜਣਾ ਕਿਹਨੇ ਨੇ ਝੂਟਾ ਨਹੀਂ ਵੀ ਲਿਆ ਹੋਣਾ ਤਾਂ ਫਿਰ ਜਿਹੜੀ ਸ਼ਾਪਿੰਗ ਮਾਲਸ ਵਗੈਰਾ ਲਿਫਟ ਹੁੰਦੀ ਆ, ਲਿਫਟ 'ਚ ਤਾਂ ਹਾਂ यस सर ਨੀਚੇ ਕਰ ਲਓ ਸਾਰੇ। ਬਹੁਤ ਹੌਲੀ ਹੁੰਦੀ ਹੈ। ਉਹ ਲਿਫਟ ਦੇ ਵਿੱਚ ਜਦੋਂ ਤੁਸੀਂ ਲਿਫਟ 'ਚ ਬੈਠਦੇ ਹੋ ਨਾਲ ਲਿਫਟ ਜਿਵੇਂ ਚੱਲਣਾ ਸ਼ੁਰੂ ਕਰਦੀ ਆ ਉੱਪਰ ਨੂੰ ਜਾਣ ਲਈ, ਤਾਂ ਆਪਾਂ ਨੂੰ ਆਪਣਾ weight ਥੋੜਾ ਜਿਹਾ ਜ਼ਿਆਦਾ ਮਹਿਸੂਸ ਹੁੰਦਾ, ਪਰ ਤੁਹਾਨੂੰ ਚਲੋ ਉਹਦੀ ਅਹਿਸਾਸ ਉਹਦਾ ਘੱਟ ਹੁੰਦਾ ਆਪਾਂ ਨੂੰ। ਪਰ ਜਦੋਂ ਲਿਫਟ ਨੀਚੇ ਨੂੰ ਜਾਣ ਲੱਗਦੀ ਆ, ਨੀਚੇ ਨੂੰ, ਤਾਂ ਆਪਾਂ ਨੂੰ ਮਹਿਸੂਸ ਹੁੰਦਾ ਸਾਡਾ weight ਘਟ ਗਿਆ, ਥੋੜਾ ਹਲਕਾਪਨ ਮਹਿਸੂਸ ਹੁੰਦਾ ਥੋੜੀ ਦੇਰ ਲਈ, यस सर ਹੁੰਦਾ ਨਾ? यस सर यस ਆਪਾਂ ਉਹੀ ਗੱਲ ਕਰਨ ਜਾ ਰਹੇ ਹਾਂ ਇੱਥੇ ਹੁਣ ਕਿ ਆ ਜਿਹੜਾ ਨਾਰਮਲ ਰਿਐਕਸ਼ਨ ਆ ਬੇਸਿਕਲੀ ਇਹੀ ਆ ਜਿਹਦੇ ਕਰਕੇ ਸਾਨੂੰ weight ਮਹਿਸੂਸ ਹੁੰਦਾ। ਜੇ ਨਾਰਮਲ ਰਿਐਕਸ਼ਨ 0 ਹੋ ਜਾਵੇ ਤਾਂ ਸਾਨੂੰ weight ਮਹਿਸੂਸ ਨਹੀਂ ਹੋਊਗਾ, ਜਾਂ ਫਿਰ ਨਾਰਮਲ ਰਿਐਕਸ਼ਨ ਜੇ ਘਟ ਜਾਵੇ ਤਾਂ ਸਾਨੂੰ weight ਘੱਟ ਮਹਿਸੂਸ ਹੋਊਗਾ। ਉਹ ਕਿਵੇਂ ਹੁੰਦਾ ਆ? ਬਹੁਤ ਸਿੰਪਲ ਹੈ, ਮੈਂ ਅਗਲੇ ਪੇਜ ਤੇ ਸਮਝਾਉਣ ਜਾ ਰਿਹਾ ਹੁਣ ਤੁਹਾਨੂੰ 3 ਕੇਸ। ਪਹਿਲਾ ਕੇਸ ਆਪਾਂ ਮੰਨ ਲੈਂਦੇ ਆ, ਆਪਾਂ ਮੰਨ ਲਓ ਲਿਫਟ ਹੈ ਕੋਈ, ਤੇ ਲਿਫਟ ਮੰਨ ਲਓ ਲਿਫਟ moving with constant velocity, constant velocity चाहे upward move करे चाहे downward move करे, constant velocity है। हाँ जी जसजोत, ਮੈਂ ਪੁੱਛਣਾ ਸੀ ਕਿ ਜਿਹੜੇ ਤੁਸੀਂ ਦੱਸਿਆ ਵੀ weight ਵੱਧ ਜਾਂਦਾ, ਫਿਰ ਸਰ ਐਸਟਰੋਨੌਟਸ ਵੀ ਫੀਲ ਕਰਦੇ ਜਦੋਂ ਰਾਕਟ ਤੇ ਜਾਂਦੇ ਆ ਸਪੇਸ 'ਚ? ਕਿਉਂ ਨਹੀਂ ਫੀਲ ਕਰਦੇ? ਤੇ ਜਦੋਂ ਥੱਲੇ ਆਉਂਦੇ ਹੁੰਦੇ ਆ ਉਹ ਚਿਮੜੇ ਹੁੰਦੇ ਆ, ਕਾਫੀ ਹਾਈ ਹੁੰਦਾ ਹੋਊਗਾ ਨਾ ਫਿਰ weight। ਹਾਂ ਉਹ ਉਹਦੇ ਨਾਲ ਚਿਮੜੇ ਹੁੰਦੇ ਆ ਉੱਪਰਲੇ, ਕਹਿੰਦੇ ਫਲੋਰ ਨਾਲ ਚਿਮੜੇ ਹੁੰਦੇ ਆ ਕਈ ਵਾਰੀ। ਸਰ ਉਹ ਜੀ ਫੋਰਸ ਲੱਗਦੀ ਹੁੰਦੀ ਆ ਉੱਪਰ। ਮੈਂ ਤੁਹਾਨੂੰ ਹਲੇ ਨਾ ਸਾਰੀਆਂ ਗੱਲਾਂ ਹੀ ਹੁਣੀ ਸਮਾਪਤ ਕਰ ਦੂੰਗਾ, ਤੁਸੀਂ ਜੇ ਮੇਰੀ ਗੱਲ ਹੁਣੀ 10 ਮਿੰਟ ਸੁਣ ਲਓ, ਸਾਰੀਆਂ ਗੱਲਾਂ ਤੁਹਾਡੀਆਂ ਆਪਣੇ ਵਿੱਚ ਆਣੀਆਂ। ਹਾਂਜੀ ਸਿਮਰਨ। ਸਰ ਤੁਸੀਂ ਪਿੱਛੇ ਕਿਹਾ ਸੀ ਕਿ ਸਰ ਜਦੋਂ ਥ੍ਰੈਡ ਵਾਲਾ ਐਗਜ਼ਾਮਪਲ ਦਿੱਤਾ ਸੀ ਤੁਸੀਂ ਕਿਹਾ ਕਿ ਥ੍ਰੈਡ ਟੁੱਟ ਜਾਊਗਾ। ਹਾਂਜੀ ਸਰ ਇਹਦਾ ਮਤਲਬ ਕਿ ਹਰੇਕ
ਜਿਹੜੀ ਫੋਰਸ ਆ ਐਕਸ਼ਨ ਆ ਉਹਦਾ ਇਕੁਅਲ ਰਿਐਕਸ਼ਨ ਨਹੀਂ ਹੋਊਗਾ ਹਮੇਸ਼ਾ। ਨਹੀਂ ਉਹਨੂੰ ਜੇ ਰਿਐਕਸ਼ਨ ਉਹਦਾ ਉੱਥੇ ਜਿਵੇਂ ਇੱਥੇ ਜਿਹੜਾ ਇਹ ਨਾ ਟੈਂਸ਼ਨ ਹੈ ਇੱਥੇ ਸਟ੍ਰਿੰਗ ਉਹਦਾ ਕੰਮ ਕਰ ਰਹੀ ਹੈ, ਪਰ ਹੁਣ ਉੱਥੇ ਕੀ ਹੈ ਕਿ ਉੱਥੇ ਬੋਡੀ ਹਵਾ ਵਿੱਚ ਹੈ, ਉਹ ਗਿਰ ਰਹੀ ਹੈ ਨਾ। ਜਦੋਂ ਬੋਡੀ ਹਵਾ 'ਚ ਗਿਰਦੀ ਹੈ ਤਾਂ ਇਹ ਚੱਲ ਪਤਾ ਕਿਵੇਂ ਕੰਮ ਕਰਦੀ ਹੈ, ਜੇ ਬੋਡੀ ਹਵਾ 'ਚ ਗਿਰੀ ਆਪਣੇ weight ਦੇ ਕਰਕੇ ਨੀਚੇ ਨੂੰ ਗਿਰ ਰਹੀ ਹੈ ਨਾ, ਤੇ ਉਹ ਗਿਰ ਕਿਉਂ ਰਹੀ ਨੀਚੇ ਨੂੰ, ਮੈਨੂੰ ਦੱਸੋ ਨੀਚੇ ਕੀ ਹੈ, ਅਰਥ। ਤੇ ਜਿਹੜਾ ਫੋਰਸ ਅਰਥ ਉਹਨੂੰ ਲਗਾ ਰਹੀ ਹੈ ਆਪਣੇ ਵਾਲੇ ਪਾਸੇ, ਉਹੀ ਫੋਰਸ ਅਰਥ ਤੇ ਵੀ ਲੱਗ ਰਿਹਾ ਹੁੰਦਾ ਉੱਪਰ ਨੂੰ। ਆਹ ਇੱਥੇ ਐਕਸ਼ਨ ਤੇ ਰਿਐਕਸ਼ਨ ਹੁੰਦੇ ਆਪਣੇ ਪੇਅਰ ਵਿੱਚ ਹੁੰਦੇ ਆ ਫੋਰਸਿਸ ਹਮੇਸ਼ਾ। ਫੋਰਸ ਕਦੀ ਸਿੰਗਲ ਨਹੀਂ ਹੋ ਸਕਦਾ। ਦੇਖੋ ਇੱਕ ਗੱਲ ਸਮਝ ਲਓ ਸਾਰੇ ਨੇ, ਯਾਦ ਰੱਖੋ ਨਿਊਟਨਸ ਥਰਡ ਲਾ ਦਾ ਬੇਸਿਕ ਆਈਡੀਆ ਪਤਾ ਕੀ ਹੈ, ਫੋਰਸ ਕਦੀ ਇੱਕ ਨਹੀਂ ਹੋ ਸਕਦਾ, ਉਹ ਫੋਰਸ ਹਮੇਸ਼ਾ ਪੇਅਰ ਚ ਹੁੰਦਾ, ਪੇਅਰ ਚ। ਹੁਣ ਉਹਦੀ ਪੇਅਰਿੰਗ ਕੀ ਹੈ, ਇੱਥੇ ਤਾਂ ਥ੍ਰੈਡ ਦੀ ਟੈਂਸ਼ਨ ਨਾਲ ਹੋ ਗਈ, ਇੱਥੇ ਆਪਣੀ ਨਾਰਮਲ ਰਿਐਕਸ਼ਨ ਨਾਲ ਹੋ ਗਈ, ਤੇ ਉੱਥੇ ਆਪਣੀ ਅਰਥ ਨਾਲ ਹੋ ਜਾਂਦੀ ਹੈ ਜਦੋਂ ਨੀਚੇ ਗਿਰਨ ਲੱਗ ਜਾਂਦੀ ਹੈ ਬੋਡੀ, ਕੋਈ ਫ੍ਰੀ ਫਾਲ ਹੋਣ ਲੱਗ ਜਾਂਦੀ ਹੈ ਤਾਂ ਠੀਕ ਹੈ। ਸੋ ਐਕਸ਼ਨ ਤੇ ਰਿਐਕਸ਼ਨ ਹਮੇਸ਼ਾ ਇਕੁਅਲ ਹੁੰਦੇ ਨੇ। ਜਿਵੇਂ ਫੋਰ ਐਗਜ਼ਾਮਪਲ ਦੇਖੋ, ਮੰਨ ਲਓ ਆਪਾਂ ਕਿਸੇ ਤੇ ਚਪੇੜ ਮਾਰੀ, ਹੁਣ ਕਿਸੇ ਤੇ ਚਪੇੜ ਮਾਰੀ ਵੱਟ ਕੇ, ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਕਹੋ ਕਿ ਚੱਲ ਕੋਈ ਗੱਲ ਨਹੀਂ ਯਾਰ, ਵੀ ਐਕਸ਼ਨ ਦਾ ਰਿਐਕਸ਼ਨ ਇਕੁਅਲ ਆਪੋਜ਼ਿਟ ਹੁੰਦਾ ਹੀ ਆ, ਤੇ ਜੇ ਤੇਰੇ ਲੱਗਿਆ ਉਨਾ ਹੀ ਫੋਰਸ ਮੇਰੇ ਵੀ ਲੱਗਿਆ, ਸਾਨੂੰ ਫਿਜ਼ਿਕਸ ਵਾਲੇ ਸਰ ਨੇ ਸਮਝਾਇਆ ਹੈ। ਹੁਣ ਤੁਸੀਂ ਦੱਸੋ ਉਹਦੇ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ? ਯੈਸ ਸਰ। ਯੈਸ ਸਰ। ਕਿਉਂ ਪਤਾ ਕਿਉਂ ਹੋਇਆ? ਜਿਹੜਾ ਤੁਸੀਂ ਚਪੇੜ ਮਾਰੀ ਆ ਉਹਦੇ, ਤੁਸੀਂ ਆਪਣੇ ਹੱਥ ਨਾਲ ਮਤਲਬ ਆਪਣੀ ਹਥੇਲੀਆਂ ਨਾਲ ਉਹਦੇ ਉੱਤੇ ਉਹ ਕੀਤਾ ਵਾਰ, ਹਨਾ, ਵੀਡੀਓ ਦੇਖ ਰਹੇ ਹੋ ਨਾ, ਆ ਜਿਹੜੀ ਚੀਜ਼ ਆ ਇਹ ਆਪਣੀ ਨਾ ਹੱਥ ਦੀ ਆ ਜਿਹੜੀ ਚੀਜ਼ ਸੈਂਸਿਟਿਵ ਨਹੀਂ ਹੁੰਦੀ ਉਨੀ ਜ਼ਿਆਦਾ, ਇਹ ਸੈਂਸਿਟਿਵ ਨਹੀਂ ਹੁੰਦੀ ਉਨੀ ਜ਼ਿਆਦਾ, ਆਪਣੇ ਬਾਡੀ ਦੇ ਸਾਰੇ ਪਾਰਟਸ ਇਕੁਅਲੀ ਸੈਂਸਿਟਿਵ ਨਹੀਂ ਹੁੰਦੇ, ਆ ਉਹਨਾਂ ਸੈਂਸਿਟਿਵ ਹੁੰਦਾ, ਇਸ ਲਈ ਆਪਾਂ ਅਪਲੌਜ਼ ਕਰਦੇ ਹਾਂ, ਹਨਾ, ਤਾੜੀਆਂ ਮਾਰਦੇ ਹਾਂ, ਜਾਂ ਆਪਾਂ ਕਿਸੇ ਨਾਲ ਕੋਈ ਚੁਟਕਲਾ ਮਾਰਦੇ ਆ ਤਾਂ ਹੱਥ ਨਾਲ ਐ ਹੱਥ ਕੀ ਕਹਿੰਦੇ ਉਹਨੂੰ ਬੱਚੇ ਕਰਦੇ ਆ, ਹਾਈ ਫਾਈ। ਹਾਈ ਫਾਈਵ ਕਰਦੇ ਐ ਕਰਕੇ ਹੱਥ ਨਾਲ ਹੱਥ, ਵੀ ਚੁਟਕਲਾ ਮਾਰਿਆ ਤਵਾ ਲਾਤਾ, ਮੰਨ ਲਓ ਕੋਈ ਕਹਿੰਦੇ ਤਵਾ ਲਾਤਾ ਵੀ ਉਹਦੇ ਉਹ ਕਿੱਦਾਂ ਦਾ ਜਾਂ ਉਹ ਐਂ ਕਰਦਾ ਉਹ ਕਰਦਾ, ਉਹਦੇ ਚੁਟਕਲਾ ਸੁਣਾਤਾ ਕੋਈ, ਤੇ ਫਿਰ ਆਪਾਂ ਐ ਕਰਦੇ ਆ ਵੀ ਬੜਾ ਉਹਦਾ ਮਜ਼ਾਕ ਉਡਾ ਕੇ। ਹੁਣ ਉੱਥੇ ਤੁਸੀਂ ਐਂ ਕਰਦੇ ਹੋ ਨਾ, ਕਦੇ ਐਂ ਤਾਂ ਨਹੀਂ ਕਰਦੇ ਕਿ ਮੈਂ ਇਹਦਾ ਚੁਟਕਲਾ ਸੁਣਾਇਆ ਉੱਤੇ ਤੇ ਮੈਂ ਇਹਦੇ ਨਾਲ ਦੇ ਚਪੇੜ ਮਾਰਤੀ, ਕੋਈ ਚੱਲ ਆਵਾਜ਼ ਹੀ ਕੱਢਣੀ ਸੀ, ਐਂ ਥੋੜੀ ਆ, ਕਿਉਂਕਿ ਐਕਸ਼ਨ ਐਂਡ ਰਿਐਕਸ਼ਨ ਤੇ ਇਕੁਅਲ ਐਂਡ ਆਪੋਜ਼ਿਟ ਹੁੰਦੇ ਹੀ ਨੇ। ਹੁਣ ਮੈਂ ਜੇ ਆਪਣੇ ਹੱਥ ਦੇ ਨਾਲ ਕਿਸੇ ਦੇ ਮੂੰਹ ਤੇ ਮਾਰੀ ਚਪੇੜ ਬਹੁਤ ਜ਼ੋਰ ਦੀ, ਤਾਂ ਮੇਰਾ ਤਾਂ ਉਹ ਹਥੇਲੀ ਆ, ਮੇਰੀ ਹਥੇਲੀ ਤੇ ਜਿਹੜਾ ਇੱਧਰ ਨੂੰ ਫੋਰਸ ਲੱਗੂਗਾ ਅੰਦਰ ਨੂੰ, ਹਨਾ, ਉਹ ਮੇਰੇ ਹੱਥ ਲਈ ਤਾਂ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ, ਕਿਉਂਕਿ ਆ ਤਾਂ ਆਪਣਾ ਵੈਸੇ ਹੀ ਕੋਈ ਉਹ ਹੈਗਾ ਸੈਂਸਿਟਿਵ ਨਹੀਂ ਹੋਣਾ ਏਰੀਆ। ਪਰ ਅਗਲੇ ਦੇ ਤੁਸੀਂ ਕਿੱਥੇ ਮਾਰੀ ਆ? ਮੂੰਹ ਤੇ, ਤੇ ਮੂੰਹ ਤੇ ਉਹਦੇ ਉਨਾ ਹੀ ਫੋਰਸ ਅੰਦਰ ਨੂੰ ਲੱਗਿਆ, ਤੇ ਉਹਦੇ ਮਤਲਬ ਤੁਸੀਂ ਹਿਲਾਤਾ ਸਿਸਟਮ ਸਾਰਾ, ਹਨਾ। ਸੋ ਕਹਿੰਦੇ ਨੇ ਇਕੁਅਲ ਐਂਡ ਆਪੋਜ਼ਿਟ ਫੋਰਸਸ ਹੁੰਦੇ ਨੇ, ਇਹ ਗੱਲ ਪੱਕੀ ਹੈ, ਤੇ ਉਹ ਅਲੱਗ-ਅਲੱਗ ਆਬਜੈਕਟਸ ਤੇ ਲੱਗਦੇ ਨੇ। ਜਿਵੇਂ ਫੋਰ ਐਗਜ਼ਾਮਪਲ ਆ ਜਿਹੜਾ ਆ, ਇਹ ਤਾਂ ਲੱਗਿਆ ਮਤਲਬ ਜਿਹੜਾ ਉਹਨੇ ਮਾਰਿਆ ਤਾਂ ਉਹਦੇ ਮੂੰਹ ਤੇ ਲੱਗਿਆ, ਤੇ ਰਿਐਕਸ਼ਨ ਜਿਹੜਾ ਮੂੰਹ ਤੋਂ ਮਿਲਿਆ ਉਹ ਉਹਦੀ ਹਥੇਲੀ ਤੇ ਲੱਗਿਆ, ਪਰ ਹੁਣ ਹਥੇਲੀ ਤੇ ਕੋਈ ਦਰਦ ਹੁੰਦਾ ਨਹੀਂ ਹੈ, ਸਮਝ ਲੱਗੀ ਗੱਲ? ਸੋ ਇੱਥੇ ਲਈ ਉਹ ਇਸ ਲਈ ਉੱਥੇ ਉਹਦੇ ਨਾਲ ਵਿਚਾਰੇ ਨਾਲ ਹੋ ਗਿਆ ਧੱਕਾ। ਜੇ ਤੁਸੀਂ ਇਹਦੇ ਵਿੱਚ ਪੇੜ ਮਾਰ ਕੇ ਉਹਨੂੰ ਕਹਿੰਦੇ ਯਾਰ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਆਪੋਜ਼ਿਟ, ਵੀ ਮੈਂ ਤੇਰੇ ਮਾਰੀ ਆ, ਮੇਰੇ ਵੀ ਤਾਂ ਲੱਗੀ ਆ, ਮੇਰੇ ਵੀ ਤਾਂ ਬਰਾਬਰ ਫੋਰਸ ਲੱਗਿਆ, ਤੇ ਅਗਲੇ ਨੇ ਕਹਿਣਾ ਠੀਕ ਹੈ ਫਿਰ ਮੈਨੂੰ ਵੀ ਬਰਾਬਰ ਹੀ ਲਾ ਦੇਣ ਦੇ ਹੁਣ ਇੱਥੇ, ਹਨਾ, ਇੱਕ ਹੋਰ ਸਹੀ ਫਿਰ ਜੋੜਾ ਐਕਸ਼ਨ ਐਂਡ ਰਿਐਕਸ਼ਨ ਦਾ, ਵੀ ਮੈਂ ਵੀ ਮਾਰੂੰਗਾ, ਹਨਾ। ਸੋ ਕਹਿੰਦਾ ਕਿ ਇਸ ਤਰ੍ਹਾਂ ਐਕਸ਼ਨ ਐਂਡ ਰਿਐਕਸ਼ਨ ਨੂੰ ਆਪਾਂ ਇਸ ਤਰ੍ਹਾਂ ਲੈ ਕੇ ਚੱਲਣਾ। ਹੁਣ ਆ ਦੇਖੋ ਇਹਦਾ ਸਿਮਰਨ ਦਾ ਐਕਚੁਅਲੀ ਕੁਐਸਚਨ ਬੜਾ ਵਧੀਆ, ਉਹ ਕਹਿ ਰਹੀ ਹੈ ਕਿ ਜੇ ਥ੍ਰੈਡ ਮੰਨ ਲਓ ਟੁੱਟ ਜੇ, ਕੋਈ ਥ੍ਰੈਡ ਨੂੰ ਕੱਟਦਾ, ਮੰਨ ਲਓ ਆ ਮੰਨ ਲਓ MG ਹੈ ਨੀਚੇ ਨੂੰ, ਥ੍ਰੈਡ ਨੂੰ ਇੱਥੋਂ ਕਿਸੇ ਨੇ ਕੈਂਚੀ ਮਾਰੀ ਤੋੜਤਾ, ਜਿਵੇਂ ਹੀ ਥ੍ਰੈਡ ਟੁੱਟਿਆ ਤਾਂ ਟੈਂਸ਼ਨ ਜ਼ੀਰੋ ਹੋ ਗਈ, ਉੱਪਰ ਹੈ ਨਹੀਂ ਕੁਝ, ਹੁਣ ਉੱਪਰ ਦਾ ਕੋਈ, ਤਾਂ ਆ ਜਿਹੜੀ ਬੋਡੀ ਹੈ, ਇਸ ਬੋਡੀ ਦਾ ਆ ਜਿਹੜਾ weight ਹੈ, ਇਹ ਅਰਥ ਦੇ ਜਿਹੜਾ ਫੋਰਸ ਆਫ ਅਟਰੈਕਸ਼ਨ ਨਾਲ ਬੈਲੈਂਸ ਹੁੰਦਾ ਹੈ, ਤੇ ਅਰਥ ਨੂੰ ਉਹ ਵੀ ਅਟਰੈਕਟ ਕਰਦੀ ਹੈ ਬੋਡੀ, ਉਹਨੂੰ ਅਰਥ ਅਟਰੈਕਟ ਕਰਦੀ ਹੈ, ਦੋਨੋਂ ਇਕੁਅਲ ਐਂਡ ਆਪੋਜ਼ਿਟ ਹੁੰਦੇ ਨੇ। ਇਹਦੇ ਬਾਰੇ ਆਪਾਂ ਗ੍ਰੈਵਿਟੇਸ਼ਨ ਜਦੋਂ ਪੜਾਂਗੇ ਤਾਂ ਬਹੁਤ ਡਿਟੇਲ ਚ ਪੜਾਂਗੇ। ਸਰ ਹਾਂਜੀ ਸਰ, ਤੁਸੀਂ ਇੱਕ ਐਗਜ਼ਾਮਪਲ ਦਿੱਤਾ ਸੀ ਕਿ ਅਗਰ ਆਪਾਂ 10 kg ਦਾ ਪੱਥਰ ਅਗਰ ਉੱਤੇ ਲਮਕਾ ਦਈਏ ਸਰ ਫਿਰ ਥ੍ਰੈਡ ਟੁੱਟ ਜੂਗਾ, ਇਹਦਾ ਮਤਲਬ ਉਹਨੂੰ ਇਕੁਅਲ ਰਿਐਕਸ਼ਨ ਨਹੀਂ ਮਿਲਿਆ ਨਹੀਂ ਸਰ ਉਸ ਉਹਨੂੰ ਮੈਂ ਕਹਿੰਦਾ ਥ੍ਰੈਡ ਜੇ ਉਹਨੂੰ ਰਿਐਕਸ਼ਨ ਉਹਦੀ ਟੈਂਸ਼ਨ ਦੇ ਬਰਾਬਰ ਮਿਲ, ਉੱਥੇ ਕੀ ਟੈਂਸ਼ਨ ਸਹਿ ਹੀ ਨਹੀਂ ਪਾਈ ਉਹਨੂੰ, ਯਾਨੀ ਕਿ ਉਹ ਜਿਹੜਾ weight ਹੈ ਉਹਨੇ ਉਹਨੂੰ ਆਜ਼ਾਦ ਹੀ ਕਰਤਾ, ਇੱਥੋਂ ਟੁੱਟ ਗਈ, ਥ੍ਰੈਡ ਟੁੱਟ ਗਿਆ। ਹੁਣ ਉਹਦਾ weight ਹੈ ਉਹਦਾ MG, ਉਹਦਾ ਜਿਹੜਾ ਐਕਸ਼ਨ ਦਾ ਰਿਐਕਸ਼ਨ ਹੈ ਨਾ, ਕਿਉਂਕਿ weight ਕੀ ਹੈ, ਮੈਨੂੰ ਇਹ ਦੱਸ weight ਲਾਇਆ ਕਿਨੇ ਫੋਰਸ, ਮੈਨੂੰ ਆ ਦੱਸ ਪਹਿਲਾਂ, ਕੌਣ weight ਨੂੰ ਫੋਰਸ ਲਾ ਰਿਹਾ? ਆ ਬਾਡੀ ਨੀਚੇ ਕਿਉਂ ਜਾ ਰਹੀ ਹੈ ਦੱਸੋ ਮੈਨੂੰ? ਗ੍ਰੈਵਿਟੀ ਤੋਂ, ਡਿਊ ਟੂ ਗ੍ਰੈਵਿਟੀ। ਮਤਲਬ ਉਹਨੂੰ ਕੌਣ ਅਟਰੈਕਟ ਕਰ ਰਿਹਾ? ਅਰਥ। ਅਰਥ ਅਟਰੈਕਟ ਕਰ ਰਹੀ ਨਾ, ਤਾਂ ਇਹਦਾ ਰਿਐਕਸ਼ਨ ਚ ਅਰਥ ਨੂੰ ਉਹ ਬਾਡੀ ਵੀ ਅਟਰੈਕਟ ਕਰ ਰਹੀ ਹੈ। ਆ ਹੁੰਦੇ ਐਕਸ਼ਨ ਐਂਡ ਰਿਐਕਸ਼ਨ ਇਕੁਅਲ ਆਪੋਜ਼ਿਟ।
ਜਿਵੇਂ ਤੁਸੀਂ ਰੱਸਾ ਖਿੱਚਦੇ ਹੋ ਤੇ ਤੁਸੀਂ ਰੱਸੇ ਨਾਲ ਜਿਵੇਂ ਖਿੱਚ ਰਹੇ ਹੋ, ਇੱਕ ਟੀਮ ਇੱਧਰ ਨੂੰ ਖਿੱਚ ਰਹੀ ਉਧਰ ਨੂੰ ਖਿੱਚ ਰਹੀ ਹੈ ਨਾ, ਹੈਨਾ? ਯੈਸ ਸਰ। Yes, sir. ਉੱਥੇ ਹੋ ਰਿਹਾ ਐਕਸ਼ਨ ਐਂਡ ਰਿਐਕਸ਼ਨ। ਹੁਣ ਗੱਲ ਹੈ ਕਿ ਜਿਹਦੇ ਪੈਰ ਝੱਲ ਗਏ ਉਸ ਪੁਸ਼ ਨੂੰ, ਜਿਹੜਾ ਮੈਨੂੰ ਉਧਰ ਨੂੰ ਖਿੱਚਿਆ ਜਾ ਰਿਹਾ, ਉਹਨਾਂ ਨੂੰ ਮੈਂ ਇੱਧਰ ਨੂੰ ਖਿੱਚ ਰਿਹਾ, ਜਿਹਨੇ ਜ਼ਿਆਦਾ ਵਧੀਆ ਪੈਰ ਜਮਾ ਲਏ ਤੇ ਟੈਕਨੀਕ ਦੇ ਨਾਲ ਆਪਣੇ ਆਪ ਨੂੰ ਰੋਕ ਲਿਆ ਤੇ ਉਹ ਤਾਂ ਬਚ ਜਾਊਗਾ। ਹੁਣ ਦੂਜਾ ਜਿਹੜਾ ਆ ਉਹਨੇ ਕੀ ਨਾਲ ਉਹਦਾ ਉਹ ਹੋ ਜਾਊਗਾ। ਜਿਵੇਂ ਆ ਦੇਖ, ਮੈਂ ਤੁਹਾਨੂੰ ਇੱਕ ਗੱਲ ਸਮਝਾਣਾ, ਬਹੁਤ ਸਿੰਪਲ ਜੀ ਛੋਟੀ ਜੀ ਗੱਲ ਆ, ਬਸ ਪਹਿਲਾਂ ਇਹਨੂੰ ਸਮਝ ਲਓ ਫਿਰ ਆਪਾਂ ਗੱਲ ਕਰਦੇ ਬਾਕੀ। ਹਾਂਜੀ ਪੀਯੂਸ਼। ਹਾਂਜੀ ਸਰ, ਕੁਐਸਚਨ ਸੀ ਸਰ ਇੱਕ। ਹਾਂਜੀ ਸਰ, ਜਿਵੇਂ ਤੁਸੀਂ ਕਿਹਾ ਕਿ ਜੋ ਅਰਥ ਹੈ ਉਹ ਫੋਰਸ ਲਗਾਉਂਦੀ ਹੈ ਹਨਾ ਸਰ ਥੱਲੇ ਨੂੰ, ਤਾਂ ਸਰ ਮੇਰਾ ਕੁਐਸਚਨ ਇਹ ਹੈ ਕਿ ਸਰ ਮਤਲਬ ਕਿਸੇ ਵੀ ਬੋਡੀ ਦੇ ਵਿੱਚ ਸਰ ਟੈਂਡੈਂਸੀ ਆਉਂਦੀ ਕਿਵੇਂ ਹੈ ਕਿ ਉਹ ਫੋਰਸ ਅਟਰੈਕਟ ਮਤਲਬ ਫੋਰਸ ਲਗਾ ਕੇ ਕਿਸੇ ਦੂਜੇ ਬੋਡੀ ਨੂੰ ਆਪਦੇ ਕਿਨੇ ਅਟਰੈਕਟ ਕਰਦੀ ਹੈ ਸਰ, ਇਹ ਕਿਵੇਂ ਹੁੰਦਾ, ਮਤਲਬ ਕਾਜ਼ ਕੀ ਹੈ ਸਰ ਇਹਦੀ? ਜਿਵੇਂ ਦੇਖੋ ਜਿਹੜੀ ਗ੍ਰੈਵਿਟੇਸ਼ਨ ਆ, ਤੁਸੀਂ ਇਹ ਪੁੱਛ ਰਹੇ ਹੋ ਗ੍ਰੈਵਿਟੇਸ਼ਨ ਦਾ ਕੀ ਕਾਜ਼ ਹੈ ਨਾ? ਹਾਂਜੀ ਸਰ। ਜਿਵੇਂ ਫੋਰਸ ਆਫ ਗ੍ਰੈਵਿਟੀ ਦਾ ਕੀ ਕਾਜ਼ ਆ, ਉਹਨੂੰ ਆਪਾਂ ਜਾਂ ਤਾਂ ਪੜਾਂਗੇ ਗ੍ਰੈਵਿਟੇਸ਼ਨ ਦੇ ਵਿੱਚ ਜਾ ਕੇ, ਜਿੱਥੇ ਮੈਂ ਤੁਹਾਨੂੰ ਨਿਊਟਨ ਦਾ ਸਿਧਾਂਤ ਦੱਸੂਗਾ, ਨਿਊਟਨ ਨੇ ਇਹਨੂੰ ਕਿਵੇਂ ਐਕਸਪਲੇਨ ਕੀਤਾ। ਨਿਊਟਨ ਦੀ ਗੱਲ ਆਪਾਂ ਮੰਨਦੇ ਰਹੇ, ਪਰ ਜਿਵੇਂ ਆਇਨਸਟਾਈਨ ਆਇਆ, ਉਹਨੇ ਜਨਰਲ ਥਿਊਰੀ ਆਫ ਰਿਲੇਟੀਵਿਟੀ 'ਚ ਇੱਕਦਮ ਨਵਾਂ ਹੀ ਚੀਜ਼ ਪੇਸ਼ ਕਰਤੀ ਸਾਹਮਣੇ। ਹਾਂਜੀ ਸਰ। ਇਸ ਸਵਾਲ ਦਾ ਜਵਾਬ ਹੁਣੇ ਬਿਲਕੁਲ ਸਿੱਧੇ ਐਵੇਂ ਦੋ ਲਾਈਨਾਂ 'ਚ ਨਹੀਂ ਦੇ ਸਕਦਾ, ਉਹਦੇ ਨਾਲ ਆਪਣਾ ਇਹ ਵਿਸ਼ਾ ਇੱਥੇ ਭਟਕ ਜੂਗਾ। ਇਸ ਲਈ ਫਿਲਹਾਲ ਮੈਂ ਉਨੀ ਕੀ ਗੱਲ ਕਰ ਰਿਹਾ ਜਿੰਨਾ ਇੱਥੇ ਰਿਲੇਟਡ ਆ ਤੇਰਾ ਸਵਾਲ ਠੀਕ ਆ, ਬਹੁਤ ਵਧੀਆ। ਇਹਨੂੰ ਆਪਾਂ ਗ੍ਰੈਵਿਟੇਸ਼ਨ ਦੇ ਵਿੱਚ ਇਹਨੂੰ ਡਿਸਕਸ ਕਰਾਂਗੇ, ਜਿੱਥੇ ਪੜ੍ਹੀਏ ਇਹ ਸਭ ਚੀਜ਼ ਰਵਾਂਗੇ, ਠੀਕ ਆ? ਉੱਥੇ ਲੈਣਾ ਪਤਾ ਹੀ ਆ, ਭੁੱਲ ਤਾਂ ਜਾਵਾਂਗੇ ਨਹੀਂ ਆਪਾਂ, ਹਨਾ? ਹਾਂਜੀ ਸਰ। ਸਿਮਰਨ, ਮੈਂ ਤੈਨੂੰ ਨਾ ਇਹ ਅਰਥ ਸਮਝਾਉਣ ਲਈ ਮੈਂ ਅਰਥ ਨੂੰ ਜਾਣਬੁੱਝ ਕੇ ਇੱਧਰ ਬਣਾਇਆ ਤੇ ਆਬਜੈਕਟ ਨੂੰ ਇੱਥੇ ਬਣਾਇਆ, ਹੌਰੀਜ਼ੌਂਟਲੀ ਡਰਾ ਕਰਤਾ, ਠੀਕ ਹੈ? ਸੋ ਬੇਸਿਕਲੀ ਕੀ ਹੈ, ਅਰਥ ਅਟਰੈਕਟ ਕਰ ਰਹੀ ਹੈ ਉਸ ਆਬਜੈਕਟ ਨੂੰ ਤੇ ਉਹ ਆਬਜੈਕਟ ਵੀ ਅਟਰੈਕਟ ਕਰ ਰਿਹਾ ਅਰਥ ਨੂੰ, ਯਾਨੀ ਇਕੁਅਲ ਐਂਡ ਆਪੋਜ਼ਿਟ ਫੋਰਸ ਲੱਗ ਰਿਹਾ। ਪਰ ਇਹ ਜਿਹੜੇ ਫੋਰਸਿਸ ਨੇ, ਇੰਨੇ ਕੁ ਫੋਰਸ ਦੇ ਨਾਲ ਇੰਨਾ ਕੁ ਪੱਥਰ ਤਾਂ ਭੱਜਿਆ ਜਾਂਦਾ ਵਾ ਅਰਥ ਵੱਲ ਨੂੰ, ਪਰ ਇੰਨੇ ਕੁ ਫੋਰਸ ਦੇ ਨਾਲ ਅਰਥ ਦਾ ਕੁਝ ਨਹੀਂ ਵਿਗੜਦਾ, ਅਰਥ ਨਹੀਂ ਜਾਂਦੀ ਉਹਦੇ ਵੱਲ ਨੂੰ। ਯੈਸ ਸਰ। ਸੋ ਆ ਇਕੁਅਲ ਐਂਡ ਆਪੋਜ਼ਿਟ ਆ, ਠੀਕ ਆ? ਹੁਣ ਇਸ ਚੀਜ਼ ਸਰ ਨੂੰ ਮਾਸ ਹੈ, ਸਰ ਇਹਨਾਂ ਦਾ ਮਾਸ ਡਿਫਰੈਂਟ ਹੈ ਇਸ ਕਰਕੇ ਨਾ। ਮਾਸ ਡਿਫਰੈਂਟ ਹੈ ਇਸ ਕਰਕੇ। ਹੁਣ ਜਿਵੇਂ ਦੇਖੋ, ਮੈਂ ਕਹਿੰਦਾ ਮੰਨ ਲਓ ਇੱਕ ਚੁੰਬਕ ਆ, ਇਸ ਚੁੰਬਕ ਦਾ ਨਾਰਥ ਪੋਲ ਇੱਥੇ ਰੱਖ ਦੋ, ਚੁੰਬਕ ਦਾ ਜ਼ਿਆਦਾ ਸੌਖਾ ਐਗਜ਼ਾਮਪਲ ਦੇ ਦਿੰਦੇ ਆ, ਤੇ ਇੱਕ ਚੁੰਬਕ ਆ ਉਹਦਾ ਸਾਊਥ ਇੱਥੇ ਰੱਖ ਦੋ, ਤੇ ਦੋਨੋਂ ਚੁੰਬਕਾਂ ਦਾ ਬਰਾਬਰ ਮਾਸ ਆ, ਤੇ ਜਿਵੇਂ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਓਪਨ ਛੱਡ ਦੋਗੇ ਤਾਂ ਦੋਨਾਂ ਤੇ ਇਕੁਅਲ ਐਂਡ ਆਪੋਜ਼ਿਟ, ਉਹਨੂੰ ਆ ਅਟਰੈਕਟ ਕਰੂਗਾ, ਉਹਨੂੰ ਆ ਵੀ ਅਟਰੈਕਟ ਕਰੂਗਾ, ਇਕੁਅਲ ਐਂਡ ਆਪੋਜ਼ਿਟ, ਹਨਾ? ਤਾਂ ਉਹਦੇ ਕਰਕੇ ਦੋ ਚੁੰਬਕ ਇੱਥੋਂ ਕਰਨਗੇ, ਦੋਨੋਂ ਚੁੰਬਕ ਆ ਇੱਥੇ ਤੱਕ ਆ ਜਾਏਗਾ, ਇੱਥੇ ਤੱਕ ਆ ਜਾਏਗਾ, ਦੋਨੋਂ ਆਪਸ 'ਚ ਚਿਪਕ ਜਾਣਗੇ। ਸਮਝ ਲੱਗੀ ਗੱਲ? ਦੋਨੋਂ ਮੂਵ ਕਰਨਗੇ। ਪਰ ਜੇ ਆ ਹੋਵੇ ਇੱਕ ਚੁੰਬਕ ਬਹੁਤ ਹੈਵੀ ਹੋਵੇ, ਬਹੁਤ ਹੈਵੀ, ਇੱਕ ਚੁੰਬਕ ਬਹੁਤ ਕਮਜ਼ੋਰ ਜਿਹਾ ਹੋਵੇ, ਬਹੁਤ ਕਮਜ਼ੋਰ ਜਿਹਾ, ਵਿਚਾਰਾ ਛੋਟਾ ਜਿਹਾ, ਸਾਊਥ ਨਾਰਥ, ਤਾਂ ਹੁਣ ਇੱਥੇ ਵੀ ਜਿਹੜਾ ਫੋਰਸ ਲੱਗੇਗਾ, ਇਹਦੇ ਤੇ ਜਿਹੜਾ ਫੋਰਸ ਲੱਗੇਗਾ ਤੇ ਉਹਦੇ ਜਿਹੜਾ ਫੋਰਸ ਲੱਗੇਗਾ ਬਰਾਬਰ ਹੋਏਗਾ। ਪਰ ਇੰਨੇ ਕੁ ਫੋਰਸ ਨਾਲ ਇਹਦਾ ਮਾਸ ਤਾਂ ਇਹ ਹਿਲਾ ਨਹੀਂ ਸਕਦਾ ਕਿ ਇਹਨੂੰ ਲੈ ਜਾਓ ਉਧਰ ਨੂੰ, ਪਰ ਇਸ ਫੋਰਸ ਨਾਲ ਇਹ ਚੁੰਬਕ ਆ ਕੇ ਇਹ 'ਚ ਚਿੰਬੜੇਗਾ। ਹੁਣ ਆਹ ਮੂਵ ਨਹੀਂ ਕਰੇਗਾ, ਕੱਲਾ ਆਹੀ ਮੂਵ ਕਰੇਗਾ। ਸੋ ਅਰਥ ਦੇ ਕੇਸ ਕੀ ਹੁੰਦਾ ਕਿ ਬਹੁਤ ਛੋਟੇ ਮਾਸ ਵਾਲੀ ਚੀਜ਼ ਜਿਹੜੀ ਆ ਉਹ ਅੱਗ ਵੱਜਦੀ ਹੈ, ਆਪਾਂ ਨੂੰ ਲੱਗਦਾ ਅਰਥ ਅਟਰੈਕਟ ਕਰ ਰਹੀ ਹੈ, ਪਰ ਅਰਥ ਅਟਰੈਕਟ ਹੋ ਨਹੀਂ ਰਹੀ, ਜਦਕਿ ਉਹ ਅਰਥ ਵੀ ਰਹੀ ਹੁੰਦੀ ਹੈ। ਸੋ ਜਦੋਂ ਧਾਗੇ ਤੋਂ ਟੁੱਟ ਗਿਆ ਉਹ, ਤਾਂ ਉਹਦਾ ਜਿਹੜਾ ਨਾਰਮਲ ਰਿਐਕਸ਼ਨ ਵਾਲਾ ਰਿਐਕਸ਼ਨ ਦਾ ਪੇਅਰ ਉੱਥੇ ਬਣਦਾ ਆ। ਇੱਥੇ ਆਪਾਂ ਇਹਨਾਂ ਨੂੰ ਨਾਰਮਲ ਰਿਐਕਸ਼ਨ ਜਾਂ ਟੈਂਸ਼ਨ ਇਨ ਦਾ ਥ੍ਰੈਡ ਬੋਲ ਦਿੰਦੇ ਆ, ਤੇ ਜਿਹੜੀ ਟੈਂਸ਼ਨ ਹੁੰਦੀ ਆ ਉਹ ਇੱਥੇ weight ਦੇ ਬਰਾਬਰ ਨਹੀਂ ਹੁੰਦੀ ਹਮੇਸ਼ਾ। ਆ ਇੰਪੋਰਟੈਂਟ ਗੱਲ ਆ, ਯਾਦ ਰੱਖਿਓ, ਕਿਉਂਕਿ ਇੱਥੇ ਬੇਸਿਕਲੀ ਇਹਨੂੰ ਪੂਰੀ ਤਰ੍ਹਾਂ ਤੁਸੀਂ ਐਕਸ਼ਨ ਰਿਐਕਸ਼ਨ ਦੇ ਉਸ ਪੇਅਰ 'ਚ ਐਸ ਸੱਚ ਨਹੀਂ ਲੈ ਕੇ ਜਾ ਸਕਦੇ। ਕਿਉਂ ਨਹੀਂ ਲੈ ਕੇ ਜਾ ਸਕਦੇ? ਅਗਲੇ ਕੇਸ ਮੈਂ ਆਹੀ ਸਮਝਾਉਣ ਲੱਗਾ ਵਾਂ, ਦੇਖੋ ਕਿਵੇਂ। ਕਿਉਂਕਿ ਇੱਥੇ ਕੀ ਹੈ ਕਿ ਜੇ ਬਾਡੀ ਮੂਵ ਕਰੇਗੀ ਤਾਂ ਰਿਐਕਸ਼ਨ ਜਿਹੜੀ ਆ ਉਹ ਇਹਦੇ ਬਰਾਬਰ ਹੋਏਗੀ ਨਹੀਂ mg ਦੇ, ਨਾ ਟੈਂਸ਼ਨ mg ਦੇ ਬਰਾਬਰ ਹੋਏਗੀ, ਫਿਰ ਘੱਟ ਜਾਂ ਵੱਧ ਹੋਣਾ ਪਏਗਾ ਇਹਨਾਂ ਨੂੰ, ਕਿਉਂਕਿ ਅਸਲ ਵਿੱਚ ਜਿਹੜਾ ਪੇਅਰ ਹੈ ਤੁਹਾਡਾ weight ਦਾ ਅਰਥ ਵਾਲੇ ਨਾਲ ਬਣ ਰਿਹਾ ਉਹ ਵਾਲਾ, ਜਿਹਨੂੰ ਆਪਾਂ ਐਕਸ਼ਨ ਐਂਡ ਰਿਐਕਸ਼ਨ ਕਹਿੰਦੇ ਆ। ਇੱਥੇ ਸਿਰਫ ਐਕਸ਼ਨ ਰਿਐਕਸ਼ਨ ਨਹੀਂ ਹੈ, ਇੱਥੇ ਕੁਝ ਹੋਰ ਚੀਜ਼ ਵੀ ਹੈ, ਤੇ ਇੱਥੇ ਸੇਮ ਬਾਡੀ ਤੇ ਹੀ ਉਹ ਫੋਰਸ ਲੱਗ ਰਿਹਾ। ਜਿਵੇਂ ਇੱਥੇ ਦੇਖੋ ਆ weight ਕਿਹਦੇ ਤੇ ਲੱਗ ਰਿਹਾ? weight ਇਸੇ ਬਾਡੀ ਤੇ ਲੱਗ ਰਿਹਾ ਨਾ, ਤਾਂ ਕਿ ਇਹ ਬਾਡੀ ਥੱਲੇ ਨੂੰ ਗਿਰੇ, ਹਨਾ? ਅਲੱਗ ਤੋਂ ਦੇਖੋ, ਤੇ ਨਾਰਮਲ ਰਿਐਕਸ਼ਨ ਇਸ ਫਲੋਰ ਵੱਲੋਂ, ਇਸ ਸਰਫੇਸ ਵੱਲੋਂ ਇਸ ਬਾਡੀ ਨੂੰ ਹੀ ਲੱਗ ਰਿਹਾ ਉਹ ਵੀ, ਤਾਂ ਉਹ ਦੋਨੋਂ ਫੋਰਸ ਇਸੇ ਬਾਡੀ ਨੂੰ ਹੀ ਲੱਗ ਰਹੇ ਨੇ, ਤਾਂ ਹੀ ਉਹ ਦੋਨੋਂ ਕੈਂਸਲ ਕਰ ਜਾਂਦੇ ਨੇ, ਤੇ ਉੱਥੇ ਨੈਟ ਬਾਡੀ ਮੂਵ ਨਹੀਂ ਕਰਦੀ ਕਿਸੇ ਪਾਸੇ। ਸੋ ਇਹਨੂੰ ਆਪਾਂ ਉਹਦੇ ਨਾਲ ਰਿਲੇਟ ਕਰਕੇ ਨਹੀਂ ਦੇਖਾਂਗੇ ਉਸ ਤਰ੍ਹਾਂ। ਇਹ ਇਸ ਕੇਸ 'ਚ ਸੀਗਾ, ਜਿਹੜੇ ਕੇਸ 'ਚ ਮੈਂ ਤੁਹਾਨੂੰ ਇਹ ਕਰਾਇਆ ਕਿ T = mg ਐਂਡ R = mg। ਹੁਣ ਅਗਲਾ ਕੇਸ ਇੱਕ ਵਾਰ ਦੇਖ ਲਓ, ਤੁਹਾਨੂੰ ਗੱਲ ਪਤਾ ਲੱਗ ਜਾਏਗੀ ਆਪਣੇ ਆਪ। ਤੁਸੀਂ ਕੇਸ ਲਿਫਟ ਵਾਲੀ ਕਰ ਲਓ, ਦੇਖੋ ਸਿੰਪਲ ਜੀ ਗੱਲ ਆ, ਮੈਂ ਕੇਸ ਨਹੀਂ ਲਿਖਦਾ ਹੁਣ, ਮੈਂ ਸਿੱਧਾ ਇਹ ਕਰਦਾ। ਜਿਵੇਂ ਮੰਨ ਲਓ ਆ ਇੱਕ ਲਿਫਟ ਹੈ,
ਤੇ ਆ ਜਿਹੜੀ ਲਿਫਟ ਹੈ, ਆ ਲਿਫਟ ਦਾ ਸਰਫੇਸ ਹੈ, ਇਸ ਲਿਫਟ ਦੇ ਸਰਫੇਸ ਦੇ ਉੱਪਰ ਇੱਕ ਬੰਦਾ ਖੜਾ ਹੈ। ਲਿਫਟ ਦੇ ਉੱਪਰ ਖੜਾ ਹੈ। ਜਿਹੜੀ ਲਿਫਟ ਹੈ ਇਹ ਮੰਨ ਲਓ ਯੂਨੀਫਾਰਮ ਮੋਸ਼ਨ ਚ ਮੂਵ ਕਰ ਰਹੀ ਹੈ, ਚਾਹੇ ਉੱਪਰ ਨੂੰ ਚਾਹੇ ਨੀਚੇ ਨੂੰ, ਪਰ ਯੂਨੀਫਾਰਮ ਮੋਸ਼ਨ ਹੈ। ਤਾਂ ਮੈਨੂੰ ਦੱਸੋ ਲਿਫਟ ਦੀ ਜਿਹੜੀ ਜਿਹਦੇ ਉੱਪਰ ਬੰਦਾ ਖੜਾ ਹੈ ਉਹ ਵੀ ਆਬਵੀਅਸਲੀ ਨਾਲ ਹੀ ਹੋਏਗਾ ਲਿਫਟ ਦੇ, ਤਾਂ ਉਸ ਬੰਦੇ ਦੀ ਜਿਹੜੀ ਐਕਸਲਰੇਸ਼ਨ ਕਿੰਨੀ ਹੋਏਗੀ? 0, ਹੈ ਨਾ। ਤਾਂ ਇੱਥੇ ਜਿਹੜਾ ਬੋਡੀ ਬੰਦੇ ਦਾ ਬੋਡੀ ਦਾ weight ਐਕਟ ਕਰੇਗਾ, ਉਹ weight ਕਿੱਧਰ ਨੂੰ ਐਕਟ ਕਰੇਗਾ? weight ਐਕਟ ਕਰੇਗਾ ਨੀਚੇ ਨੂੰ, mg। ਤੇ ਇਸ ਦੇ ਉੱਪਰ ਜਿਹੜੀ ਟੈਂਸ਼ਨ ਸੌਰੀ ਜਿਹੜੀ ਨਾਰਮਲ ਰਿਐਕਸ਼ਨ ਐਕਟ ਕਰੇਗੀ ਇਸ ਫਲੋਰ ਦੇ ਕਰਕੇ ਬੰਦੇ ਨੂੰ ਐਕਟ ਕਰੇਗੀ, ਉਹ ਐਕਟ ਕਰੇਗੀ ਉੱਪਰ ਨੂੰ। ਤੇ ਇੱਥੇ ਜਿਹੜਾ ਨੈਟ ਫੋਰਸ ਹੋਏਗਾ ਦੇਖੋ 0 ਹੋਏਗਾ ਨਾ ਕਿ ਨਹੀਂ? Yes, sir. क्योंकि एक्सेलरेशन 0 है। या फिर तुसी कह लो नेट F net force is equal to mass of the body, mass of the man into acceleration। तो acceleration कितनी है? 0. तो नेट फोर्स ਜਿਹੜਾ ਹੈ ਹੁਣ ਉਹ ਬੇਸਿਕਲੀ ਤੁਹਾਨੂੰ ਪਤਾ r mg ਹੈ ਜਾਂ mg r ਜੋ ਮਰਜ਼ੀ ਕਹਿ ਲਓ 0। ਤੇ r ਕਿਹਦੇ ਬਰਾਬਰ ਆਏਗੀ? mg। ਇਹ ਨਾਰਮਲ ਰਿਐਕਸ਼ਨ ਜਿਹੜੀ ਜੇ ਤੁਹਾਨੂੰ ਕਿਉਂ ਲੱਗਦਾ ਕਿ ਤੁਸੀਂ ਖੜੇ ਹੋ ਕਿਸੇ ਜਗ੍ਹਾ ਤੇ, ਕਿਉਂਕਿ ਤੁਹਾਡੇ ਨੀਚੇ ਫਰਸ਼ ਹੁੰਦਾ ਆ ਤੇ ਫਰਸ਼ ਤੁਹਾਨੂੰ ਉੱਪਰ ਨੂੰ ਜਿਹੜਾ ਫੋਰਸ ਲਗਾਉਂਦਾ ਉਹਨੂੰ ਤੁਸੀਂ ਮਹਿਸੂਸ ਕਰਦੇ ਹੋ, ਤੁਸੀਂ ਮਹਿਸੂਸ ਕਰ ਸਕਦੇ ਹੋ ਉਹਨੂੰ। ਤੇ ਜਦੋਂ ਵੇਇੰਗ ਮਸ਼ੀਨ ਤੇ ਤੁਸੀਂ ਖੜੇ ਹੁੰਦੇ ਹੋ, ਜਿਹੜੀ ਡਾਕਟਰਾਂ ਕੋਲ ਹੁੰਦੀ ਵੇਇੰਗ ਮਸ਼ੀਨ, ਜਦੋਂ ਤੁਸੀਂ ਵੇਇੰਗ ਮਸ਼ੀਨ ਤੇ ਖੜੇ ਹੁੰਦੇ ਹੋ ਤਾਂ ਤੁਹਾਡਾ ਕੀ ਮੇਜਰ ਕਰਦਾ? ਉਹ ਜਿਹੜਾ weight ਤੁਸੀਂ ਨੀਚੇ ਨੂੰ ਐਕਟ ਕਰਦਾ ਨਾ, ਉਹਦਾ ਨਾਰਮਲ ਰਿਐਕਸ਼ਨ ਉੱਪਰ ਨੂੰ ਜਿਹੜਾ ਮਿਲਦਾ ਹੈ, ਉਸ ਨਾਰਮਲ ਰਿਐਕਸ਼ਨ ਨੂੰ ਮੇਜਰ ਕਰਦੀ ਵੇਇੰਗ ਮਸ਼ੀਨ। ਤੇ ਉਹੀ r = mg ਤੁਹਾਡਾ r ਮੇਜਰ ਕਰਕੇ ਦੱਸ ਦਿੰਦੀ ਹੈ। ਸੋ ਤੁਹਾਡਾ ਵੇਇੰਗ ਮਸ਼ੀਨ ਇਹਨੂੰ ਫੜਦੀ ਹੈ। ਵੇਇੰਗ ਮਸ਼ੀਨ ਜਿਹੜੀ ਆ ਉਹ r ਨੂੰ ਫੜਦੀ ਹੁੰਦੀ ਹੈ ਕਿ r ਕਿੰਨਾ ਹੈ, ਕਿੱਥੇ ਹੈ। ਹੁਣ ਇਸ ਗੱਲ ਨੂੰ ਤੁਸੀਂ ਅਗਲੀ ਐਗਜ਼ਾਮਪਲ ਦੇਖੋ ਤਾਂ ਤੁਹਾਨੂੰ ਜ਼ਿਆਦਾ ਬੈਟਰ ਸਮਝ ਲੱਗੇਗਾ। ਮੰਨ ਲਓ ਲਿਫਟ ਮੂਵ ਕਰ ਰਹੀ ਹੈ, ਮੰਨ ਲਓ ਲਿਫਟ ਮੂਵ ਕਰ ਰਹੀ ਹੈ, ਲਿਫਟ ਉਹੀ ਹੈ ਬਟ ਇਸ ਦਾ ਲਿਫਟ ਮੂਵ ਤਾਂ ਚਲੋ ਪਹਿਲਾਂ ਵੀ ਕਰ ਸਕਦੀ ਸੀ ਯੂਨੀਫਾਰਮ ਮੋਸ਼ਨ 'ਚ। ਐਕਸਲਰੇਟ ਹੋ ਰਹੀ ਮੰਨ ਲਓ ਉੱਪਰ ਨੂੰ, जो लिफ्ट है ये ऊपर नु एक्सेलरेट हो रही है विद एक्सेलरेशन a मान लो। तो हुण जेड़ा बंदा इहदे पर खड़ा आ, हुण इहदा जेड़ा वेट है वो फिर नीचे नु एक्ट करेगा पहले वांगू ही, ते वेट हमेशा उन्ना ही रहेगा, वेट कदी भी घटदा वधदा नहीं है। वेट दा ओदा अपना जेड़ा एक्चुअल वेट है वो mg ही रहेगा। ते ये बॉडी तो मूव किधर नु कर रही है? ऊपर नु, है ना। एक्सेलरेट किधर कर रही है? ऊपर। Yes, sir. नेट फोर्स किधर होना चाहिए है? ऊपर नु। मतलब एनु जेडी नॉर्मल रिएक्शन, ऊपर नु नॉर्मल रिएक्शन वो ज्यादा होनी चाहिए है, ज्यादा मिलती है। हाँ वो ज्यादा होनी चाहिए है, नहीं तो उन्हें मूव नहीं करना ऊपर नु। हुण इत्थे जेडे नॉर्मल रिएक्शन है तुहाडी उसनु, क्योंकि आ एक्सेलरेशन है ना, इत्थे आ एक्सेलरेशन है नाल नॉर्मल रिएक्शन जेडी हैगी तुहाडी ओहो ग्रेटर देन होनी चाहिए है mg। mg ऊपर जाएगी ही क्यों? तुसी बस इनू इसी तरह समझना है कि बॉडी ने ऊपर जाना है। तो फिर नेट फोर्स दसो की होएगा? नेट फोर्स r - mg ऑब्जेक्ट मास ऑफ द जेड़ा मैन इनटू जिन्नी एक्सेलरेशन है ओदा होई है ऊपर नु आया ना। यस सर। क्या आएगा? r - mg आएगा। ते r कितनी आएगी? mg + ma mg + ma, यानी कि जेड़ा नॉर्मल रिएक्शन ਤੁਹਾਡੀ ਉਹ ਜ਼ਿਆਦਾ ਆਏਗੀ। ਵੇਇੰਗ ਮਸ਼ੀਨ ਇਹਨੂੰ ਫੜਦੀ ਹੈ ਤੇ ਵੇਇੰਗ ਮਸ਼ੀਨ ਨੇ ਤੁਹਾਨੂੰ ਅਸਲ ਵਿੱਚ ਜੇ ਤੁਹਾਡਾ ਜਿੰਨਾ ਵੀ weight ਹੈ mg ਨਹੀਂ ਦੱਸਣਾ, ਹੁਣ ਤੁਹਾਨੂੰ mg ਤੋਂ ਜ਼ਿਆਦਾ ਦੱਸਣਾ ਹੈ। ਕਿੰਨਾ? ma ਜ਼ਿਆਦਾ ਦੱਸਣਾ ਹੈ, ਕਿਉਂਕਿ ਤੁਸੀਂ ਉੱਪਰ ਜਾ ਰਹੇ ਹੋ। ਨੈਟ ਫੋਰਸ ਤਾਂ ਇੱਥੇ ਮਾਸ ਇਨਟੂ ਐਕਸਲਰੇਸ਼ਨ ਹੈ, ਆ ਮੇਨ ਇਕੁਏਸ਼ਨ ਹੈ ਆਪਣੀ। ਤੇ r ਜ਼ਿਆਦਾ ਹੈ ਇੱਥੇ क्योंकि ਉੱਪਰ ਜਾ ਰਿਹਾ। ਜੇ ਉੱਪਰ ਜਾ ਰਿਹਾ ਤਾਂ r ਜ਼ਿਆਦਾ ਹੋਏਗਾ ही होएगा, ठीक है ना। हाँ जी वैभव कुछ कह रहे हो? यस सर। सर इस क्वेश्चन में सर जैसे हम सर इसमें जो प्लेटफॉर्म पे सर जिस पे खड़े हैं सर उसका भी मास इंक्लूड करेंगे? नहीं, हम यहाँ पर क्योंकि हम मास का इंक्लूड कर सकते हैं अगर हम इस प्लेटफॉर्म को उठाने वाली किसी थ्रेड के बारे में बात करें जो इन मशीनों में लगी होती है ना, केबल्स। पर यहाँ पर मैं बात कर रहा हूँ उस बंदे की कि वो बंदा जो है वो क्या महसूस कर रहा है या उसका वेट जो है वो क्या आ रहा है।
उस बंदे को कितनी रिएक्शन मिली जो बंदा यहाँ पर खड़ा है, क्योंकि वो महसूस करने वाला वो है अपेरेंट वेट अपने आप का। सर जो सर नीचे जो mg लगेगा सर, उसमें तो सर जो प्लेटफॉर्म है सर उसका भी मास इंक्लूड होगा? नहीं, mg तो उस बंदे का ही होगा ना, प्लेटफॉर्म के ऊपर तो वो खड़ा है, तो प्लेटफॉर्म को अपने आप का वेट थोड़ी महसूस होगा। यस सर, वो वेट महसूस, अगर मैं फर्श पे खड़ा हूं तो फर्श के ऊपर मेरा वेट है, यस सर, फर्श को मैं नीचे दबा रहा हूँ, फर्श मुझे ऊपर फेंक रहा है, वो फर्श की तरह ही है, समझ लो, वो प्लेटफॉर्म जिस पे वो खड़ा है। ओके सर, तो फिर नीचे केबल्स भी बहुत सारे लगी होंगी, बहुत कुछ होएगा इसमें। यस सर, ठीक है। सो मैं ये कह रहा हूँ कि अब ये जो लिफ्ट है ये ऊपर नहीं जा रही बल्कि लिफ्ट नीचे जा रही है, एक्सेलरेशन एक के साथ। तो यहाँ पर क्या होगा, देखो देखो भी इधर होने वेट जो है, वेट नहीं घटेगा कभी भी, वेट असल जो वेट है, रियल वेट है जो, बिकॉज दैट इज ऑलवेज mg ना, द व्हाटएवर वेट यू हैव दैट इज ऑलवेज mg, बट नाउ डाउनवर्ड जा रही है, द पर्सन दी एक्सेलरेशन तो a है, तो श्योरली ਜਿਹੜੀ नॉर्मल रिएक्शन है वो कट होगी, ਹੋਏਗੀ, ਛੋਟੀ ਜੀ ਬਣਾਓ, ਇੱਥੇ ਇੰਨੀ ਬਣਾ ਦੋ ਬਸ ਬਹੁਤ ਹੈ। ਤੇ ਇਸ ਕੇਸ ਦੇ ਵਿੱਚ ਜਿਹੜਾ ਨੈਟ ਫੋਰਸ ਹੈ, ਨੈਟ ਫੋਰਸ ਉਹ ਕਿੰਨਾ ਹੋਏਗਾ, ਮਾਸ ਇਨਟੂ ਐਕਸਲਰੇਸ਼ਨ। ਦੇਖੋ ਆਹ ਗੱਲ ਤਾਂ ਹਮੇਸ਼ਾ ਵੈਲਿਡ ਹੈ, ਇੱਥੇ ਵੀ ਤੇ ਇੱਥੇ ਵੀ, ਉੱਥੇ ਐਕਸਲਰੇਸ਼ਨ 0 ਸੀ ਨਾ ਯੂਨੀਫਾਰਮ ਮੋਸ਼ਨ। ਤਾਂ F net ਕੀ ਹੋਏਗਾ, mg minus r ਕੀ r minus mg? mg minus r, mg minus r, so r कितनी आ जाएगी, mg minus ma, means m times g minus a. It means apparent weight is less, so weighing machine will say less, है ना, क्योंकि weighing machine इस रिएक्शन में कर देती है, इन्हों ही apparent weight बोलते हो। So your actual weight is here the orange arrow in all the cases. This is your actual real weight basically, and this normal reaction R, that is the apparent weight जो ਤੁਹਾਨੂੰ महसूस ਹੁੰਦਾ ਹੈ ਕਿ ਮੇਰਾ ਇੰਨਾ ਹੈ। मतलब कि ਜਦੋਂ प्लेटफॉर्म यूनिफॉर्म मोशन ਚ ਜਾਏਗਾ ਉੱਪਰ ਨੂੰ ਜਾਂ ਨੀਚੇ ਨੂੰ, ਤਾਂ ਤੁਹਾਨੂੰ ਆਪਣਾ weight ਉਹੀ महसूस ਹੋਏਗਾ ਜੋ ਹੈ, ਜੋ ਤੁਸੀਂ ਨਾਰਮਲੀ ਵਾਕ ਕਰਦੇ ਹੋਏ ਸੜਕ ਤੇ ਜਾਂ ਫਿਰ ਕਿਸੇ ਵੀ ਜਗ੍ਹਾ ਤੇ ਤੁਹਾਨੂੰ महसूस ਹੋ ਰਿਹਾ ਸੀ। ਪਰ ਜਦੋਂ ਤੁਸੀਂ ਇਸ ਲਈ ਤੁਸੀਂ ਜੋ ਲਿਫਟ 'ਚ ਬੈਠਦੇ ਹੋ, ਮੰਨ ਲਓ ਤੁਸੀਂ 8 ਫਲੋਰ ਨੀਚੇ ਜਾਣਾ ਹੈ, ਤਾਂ ਲਿਫਟ ਜਿਵੇਂ ਹੀ ਉੱਪਰੋਂ 0 ਤੋਂ ਐਕਸਲਰੇਟ ਹੋਣਾ ਸ਼ੁਰੂ ਕਰਦੀ ਹੈ ਨਾ, ਲਿਫਟ 0 ਤੋਂ ਸਟਾਰਟ ਹੁੰਦੀ ਨਾ ਮੋਸ਼ਨ ਉਹਦਾ, ਤੇ ਲਿਫਟ ਨੀਚੇ ਨੂੰ ਐਕਸਲਰੇਟ ਕਰਦੀ ਹੈ, ਐਕਸਲਰੇਸ਼ਨ ਇਹਨਾਂ ਤੋਂ ਐਕਸਲਰੇਟ ਕਰਕੇ ਲਿਫਟ 1-2 ਫਲੋਰ ਬਾਅਦ ਯੂਨੀਫਾਰਮ ਵੈਲੋਸਿਟੀ ਅਟੇਨ ਕਰ ਲੈਂਦੀ ਹੈ। ਤੁਸੀਂ ਦੇਖਿਆ ਹੀ ਹੋਣਾ ਕਈ ਜਗ੍ਹਾ ਟ੍ਰਾਂਸਪੇਰੈਂਟ ਲਿਫਟਾਂ ਹੁੰਦੀਆਂ ਨੇ, ਫਿਲਮਾਂ 'ਚ ਤਾਂ ਕਾਫੀ ਦੇਖਿਆ ਹੈ ਨਾ। ਇਸ ਲਈ ਸ਼ੁਰੂ 'ਚ ਤੁਹਾਨੂੰ weight ਲੱਗਦਾ ਹੈ ਘੱਟ, ਇਸ ਤਰ੍ਹਾਂ ਆਹ ਵਾਲਾ mg minus ma, डिपेंडिंग अपॉन द एक्सेलरेशन ऑफ द लिफ्ट। जिनी एक्सेलरेशन ज्यादा होगी उन्हें घट वेट महसूस होएगा, ਤੁਹਾਨੂੰ ਹਲਕਾਪਨ महसूस ਹੁੰਦਾ ਹੈ। ਪਰ ਥੋੜੀ ਦੇਰ ਬਾਅਦ ਜਦੋਂ यूनिफॉर्म मोशन अटेन कर ਲੈਂਦੀ ਹੈ ਤਾਂ ਤੁਹਾਨੂੰ ਆਪਣਾ weight ਕਿੰਨਾ महसूस ਹੁੰਦਾ ਹੈ, ਉਹਨਾਂ ਜਿੰਨਾ ਹੁੰਦਾ ਹੈ। ਸੇਮ ਇਜ਼ ਵਿਦ ਜਦੋਂ ਉੱਪਰ ਜਾਂਦਾ ਹੈ। ਸੋ ਜੇ ਕੋਈ ਬੰਦਾ ਕਹਿੰਦਾ ਯਾਰ ਮੈਂ weight ਘਟਾਉਣਾ ਆਪਣਾ, ਮੈਂ ਕਹਿੰਦਾ ਲੈ ਤੇਰਾ weight ਉਹੀ ਘਟਾ ਦਿੰਦੇ ਆ ਬਿਨਾ ਡਾਈਟ ਦੇ, ਬਿਨਾ ਉਹਦੇ। ਉਹਨੇ ਕਹਿੰਦਾ ਅੱਛਾ ਕਿਵੇਂ, ਮੈਂ ਕੀ ਕਰੂੰਗਾ ਪਤਾ, ਮੈਂ ਉਹਨੂੰ ਲੈ ਜਾਊਂਗਾ ਵੇਇੰਗ ਮਸ਼ੀਨ ਦੇ ਨਾਲ, ਉਹਨੂੰ ਕਹੂੰਗਾ ਚੱਲ ਮੇਰੇ ਨਾਲ, ਉਹਨੂੰ ਕਿਸੇ ਸ਼ਾਪਿੰਗ ਮਾਲ ਦੇ ਵਿੱਚ ਜਾ ਕੇ ਉੱਥੇ ਵੇਇੰਗ ਮਸ਼ੀਨ ਰੱਖ ਕੇ ਨਾ, ਉੱਥੇ ਲਿਫਟ ਮੈਂ ਨੀਚੇ ਨੂੰ ਦੱਬ ਦੇਣਾ ਬਟਨ ਦਾ ਵੀ ਨੀਚੇ ਜਾਣਾ, ਤੇ ਉਹਦਾ weight ਜਿਹੜੇ ਬੰਦੇ ਦਾ ਮਤਲਬ 85 ਕਿਲੋ ਸ਼ੋ ਕਰ ਰਿਹਾ ਉਹ 'ਚ 65 ਸ਼ੋ ਹੋਣ ਲੱਗ ਜਾਊਗਾ, ਬੰਦਾ ਖੁਸ਼। ਤੇ ਜੇ ਕਿਸੇ ਦਾ ਵਧਾਣਾ ਆ, ਕੋਈ ਬੰਦਾ ਬਹੁਤ ਹਲਕਾ ਫੁਲਕਾ ਆ 45 ਕਿਲੋ ਦਾ, ਉਹ ਕਹਿੰਦਾ ਯਾਰ ਮੈਂ ਤਾਂ weight ਵਧਾਉਣਾ ਚਾਹੁੰਦਾ, ਮੈਂ ਕਹਿੰਦਾ ਚੱਲ ਤੇਰਾ 50 ਤੋਂ ਉੱਪਰ ਕਰ ਦਿੰਦੇ ਆ, ਉਹਨੂੰ ਲੈ ਜਾਊਗਾ ਮੈਂ ਲਿਫਟ ਦੇ ਵਿੱਚ ਸਭ ਤੋਂ ਨਿਚਲੇ ਫਲੋਰ ਤੇ ਲਿਆ ਕੇ ਉੱਪਰ ਨੂੰ ਜਾਂਦੇ ਹੀ ਲਿਫਟ 'ਚ ਬਿਠਾ ਦੂੰਗਾ, ਤੇ ਨਾਲ ਹੀ ਉਹਨੂੰ ਵੇਇੰਗ ਮਸ਼ੀਨ ਤੇ ਚੜਾ ਵੀ ਦੂੰਗਾ ਉੱਥੇ ਹੀ ਰੱਖ ਕੇ, ਮੈਂ ਕਹੂੰਗਾ ਇੱਥੇ ਚੜ ਜਾ ਹੁਣ ਤੂੰ, ਉਹਨੂੰ ਲੱਗੂਗਾ ਉਹ ਮੇਰਾ weight ਤਾਂ ਵੱਧ ਗਿਆ, ਜਦਕਿ ਉਹਦਾ weight ਵਧਿਆ ਹੋਏਗਾ, ਅਪੇਅਰੈਂਟ weight ਹੋਏਗਾ ਉਹ। ਐਂਡ ਇਹ ਤੁਹਾਨੂੰ ਖੁਦ ਨੂੰ ਵੀ ਅਪੀਅਰ ਹੁੰਦਾ ਹੈ ਤੇ ਵੇਇੰਗ ਮਸ਼ੀਨ ਵੀ ਇਸੇ ਨੂੰ ਹੀ ਮੇਜਰ ਕਰਦੀ ਹੈ। ਹਾਂਜੀ ਪੀयूष सर जो वेइंग मशीन है सर ये अपना मास मेजर कर दिया है वेट, ਇਹ weight ਨੂੰ ਮੇਜਰ ਕਰਦੀ ਹੈ, ਪਰ ਉਸ ਤੋਂ ਬਾਅਦ ਜਿਹੜਾ ਇਹਦਾ ਸਕੇਲ ਹੁੰਦਾ ਨਾ ਉਹ 'ਚ, ਉਹ ਸਕੇਲ ਨੂੰ ਫਿਰ 9.8 ਨਾਲ ਡਿਵਾਈਡ ਕਰ ਕਰਕੇ ਸਕੇਲਿੰਗ ਕੀਤੀ ਹੁੰਦੀ, ਉਹਦੀ ਕੈਲੀਬ੍ਰੇਸ਼ਨ ਕੀਤੀ ਹੁੰਦੀ, ਤਾਂ ਆਪਾਂ ਨੂੰ ਦਿਖਦਾ ਉਹ ਸਾਹਮਣੇ ਕਿਲੋਗ੍ਰਾਮ ਹੀ। ਸਰ ਮੀਨਸ ਆਪਣਾ ਫਿਰ ਮਾਸ ਹੁੰਦਾ ਹੈ weight ਹੁੰਦਾ ਜਿਹੜਾ ਆਪਾਂ ਮੇਜਰ ਕਰਦੇ ਆ 75 ਕਿਲੋ ਜਾਂ 65 ਕਿਲੋ, ਉਹ ਤਾਂ ਮਾਸ ਹੁੰਦਾ ਹੈ ਕਿਲੋਗ੍ਰਾਮ 'ਚ। ਅੱਛਾ ਓਕੇ ਸਰ। ਪਰ ਜਦੋਂ ਉਹ ਮੇਜਰ ਕਰਦੀ ਆ, ਵੇਇੰਗ ਟੈਕਨੀਕ ਆ ਉਹਦੀ, ਇਸ ਲਈ ਵੇਇੰਗ ਮਸ਼ੀਨ ਬੋਲਦੇ ਆ। ਜੇ ਤੂੰ ਉਹਨੂੰ ਮਤਲਬ ਲੈ ਜਾਵੇਂ ਕਿਸੇ ਇਹ ਜਗ੍ਹਾ ਜਿੱਥੇ ਗ੍ਰੈਵਿਟੀ ਨਹੀਂ ਹੈ ਤਾਂ ਉਹਦੇ ਉੱਪਰ ਖੜਾ ਹੋ ਕੇ ਦੇਖ ਲੈ, ਤੇਰਾ weight ਆਣਾ ਹੀ ਕੁਝ ਨਹੀਂ। ਹਾਂਜੀ ਸਰ, ਕਿਉਂਕਿ ਉਹ ਤਾਂ ਮੇਜਰ ਕਰ ਰਹੀ ਹੈ ਨਾ। ਆ ਗੱਲ ਸਭ ਨੂੰ ਸਮਝ ਲੱਗ ਗਈ ਹੈ, ਬਹੁਤ ਸਿੰਪਲ ਜਿਹੀਆਂ ਗੱਲਾਂ ਸੀਗੀਆਂ ਵੈਸੇ ਤਾਂ। ਸਟੇਜ ਕੀ ਦੋ ਗੱਲਾਂ ਨੇ, ਜੇ ਲਿਫਟ ਰੈਸਟ ਵਿੱਚ ਹੋਵੇ ਜਾਂ ਯੂਨੀਫਾਰਮ ਮੋਸ਼ਨ 'ਚ ਹੋਵੇ, ਦੋਨੇ ਕੇਸਿਸ 'ਚ ਆਪਾਂ ਨੂੰ ਪਤਾ ਐਕਸਲਰੇਸ਼ਨ ਕਿੰਨੀ ਹੋਗੀ 0।
यूनिफॉर्म 0 ऊपर ਨੂੰ ਜਾਏ ਨੀਚੇ ਨੂੰ ਤਾਂ ਉਹਦਾ r mg ਦੇ ਬਰਾਬਰ ਆਂਦਾ ਆ। ਜੇ ਉੱਪਰ ਨੂੰ ਜਾ ਰਹੀ ਹੈ ਤਾਂ ਚੁੱਪ ਕਰਕੇ ਉੱਪਰ ਵਾਲਾ ਡਾਇਗਰਾਮ ਬਣਾ ਕੇ r mg ਲਿਖਿਆ ਕਰੋ ਇਕੁਅਲ ਟੂ ma। ਜੇ ਨੀਚੇ ਜਾ ਰਹੀ ਹੈ ਤਾਂ mg ਜ਼ਿਆਦਾ mg r ਲਿਖ ਕੇ ਲਿਖ ਦਿਆ ਕਰੋ ma, ਤਾਂ ਤੁਹਾਡੇ ਕੋਲ r ਆ ਜਾਇਆ ਕਰੇਗੀ ਜਿਹਨੂੰ ਅਪੇਰੈਂਟ ਵੇਟ ਕਹਿੰਦੇ ਹਾਂ। ਆ ਇੱਕ ਗੱਲ ਹੋ ਗਈ। ਦੂਸਰੀ ਗੱਲ ਬਿਲਕੁਲ ਇਸੇ ਤਰ੍ਹਾਂ ਹੁੰਦੀ ਹੈ ਥ੍ਰੈਡ ਦੇ ਬਾਰੇ ਕਿ ਜੇ ਤੁਸੀਂ ਥ੍ਰੈਡ ਦੇ ਨਾਲ ਕਿਸੇ ਚੀਜ਼ ਨੂੰ ਬੰਨਿਆ ਹੈ ਤੇ ਬੰਨ ਕੇ ਖਿੱਚ ਰਹੇ ਹੋ, ਮੰਨ ਲਓ ਆ ਥ੍ਰੈਡ ਹੈ, ਇੱਥੇ ਆਪਾਂ ਥ੍ਰੈਡ ਨਾਲ ਕਿਸੇ ਚੀਜ਼ ਨੂੰ ਬੰਨਿਆ ਹੋਇਆ ਤੇ ਆਪਾਂ ਜਿਹੜੀ ਚੀਜ਼ ਨੂੰ ਬੰਨਿਆ ਹੋਇਆ ਮਾਸ m ਦੀ, ਤੇ ਇਹ ਨਾ ਤਾਂ ਉੱਪਰ ਜਾ ਰਹੀ ਹੈ ਨਾ ਨੀਚੇ ਜਾ ਰਹੀ ਹੈ, ਐਕਸਲਰੇਟ ਨਹੀਂ ਕਰ ਰਹੀ ਨਾ ਉੱਪਰ ਨਾ ਨੀਚੇ, ਐਕਸਲਰੇਸ਼ਨ 0 ਹੈ, ਯਾਨੀ ਕਿ यूनिफॉर्म मोशन है। तो उस केस थ्रेड च जी टेंशन आएगी तो जो वेट होएगा वो दोनों की होंगे इक्वल 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 होंगे। सो आप वही केस हो गया ना। ते जदों उसे चीज ਨੂੰ ਥ੍ਰੈਡ ਬਣਿਆ ਆਇਆ ਤੇ ਤੁਸੀਂ ਬੰਨ ਕੇ ਲੈ ਰਹੇ ਹੋ ਲਿਜਾ ਰਹੇ ਹੋ ਨੂੰ, ਮੰਨ ਲਓ ਉੱਪਰ ਨੂੰ, ਜੇ ਲਿਫਟ ਨਾਲ ਕਿਸੇ ਚੀਜ਼ ਨੂੰ ਬੰਨ ਕੇ ਉੱਪਰ ਖਿੱਚਦੇ ਨਹੀਂ ਹੁੰਦੇ ਮੋਟੇ ਪੱਥਰ ਨੂੰ, ਤਾਂ ਮੰਨ ਲਓ ਇਹਨੂੰ ਉੱਪਰ ਨੂੰ ਲੈ ਕੇ ਜਾਇਆ ਜਾ ਰਿਹਾ ਵਿਦ ਐਕਸਲਰੇਸ਼ਨ a, ਤਾਂ ਦੱਸੋ ਹੁਣ ਮੈਂ ਜ਼ਿਆਦਾ ਕੀ ਬਣਾਵਾਂ, ਟੈਂਸ਼ਨ ਕੀ weight? ਟੈਂਸ਼ਨ ਜ਼ਿਆਦਾ ਬਣਾ ਦਿਓ, weight ਵਾਲਾ ਘੱਟ ਬਣਾ ਦਿਓ, ਕਿਉਂਕਿ ਬਾਕੀ ਕੈਲਕੂਲੇਸ਼ਨਾਂ 'ਚ ਆਪਣੇ ਮੈਨੇਜ ਹੋ ਹੀ ਜਾਣਾ, ਤਾਂ ਜਿਹੜਾ weight ਜਿਹੜਾ ਉਹਦਾ ਘੱਟ ਬਣਾ ਦਿਓ। ਤਾਂ ਸਿੰਪਲ ਜੀ ਗੱਲ ਮੈਨੂੰ ਦੱਸੋ ਕੀ ਇਕੁਏਸ਼ਨ ਲਿਖਣੀ ਚਾਹੀਦੀ ਹੈ ਟੈਂਸ਼ਨ ਦੇ ਬਾਰੇ? ਟੈਂਸ਼ਨ ਮਾਈਨਸ equal to ma equal to ma thing will be mg plus is equal to mg plus ma। ਤੇ ਜੇ ਮੈਂ ਇਸ ਤਰ੍ਹਾਂ ਕਰ ਲਵਾਂ ਫਿਰ ਉਹੀ ਗੱਲ ਹੈ ਕਿ ਨੀਚੇ ਨੂੰ ਲੈ ਕੇ ਜਾ ਰਹੇ ਆ ਪੱਥਰ ਨੂੰ ਜਾਂ ਚੀਜ਼ ਨੂੰ ਕਿਸੇ ਨੂੰ, ਤਾਂ ਕੀ ਜ਼ਿਆਦਾ ਬਣਾਉਂਗਾ weight ਕੀ weight ਟੈਂਸ਼ਨ ਘੱਟ ਬਣਾਓ, weight ਜ਼ਿਆਦਾ ਬਣਾਓ, weight ज्यादा mg minus t is equal to ma t ਆਏਗਾ mg minus ma तो तीनों केसेस ਵਿੱਚ ਮੈਨੂੰ ਇਹ ਦੱਸੋ ਥ੍ਰੈਡ ਦੇ ਟੁੱਟਣ ਦੀ ਸੰਭਾਵਨਾ ਜ਼ਿਆਦਾ ਕਿੱਥੇ ਹੈ, ਉੱਪਰ ਜਾਂਦੇ ਹੋਏ ਨੀਚੇ ਜਾਂਦੇ ਹੋਏ ਜਾਂ यूनिफॉर्म मोशन 'ਚ? ਉੱਪਰ ਜਾਂਦੇ ਹੋਏ, ਕਿਉਂਕਿ ਇੱਥੇ ਟੈਂਸ਼ਨ ਜਿਹੜੀ ਆ ਉਹ ਬਾਡੀ ਦੇ weight ਨਾਲੋਂ ਵੀ ਜ਼ਿਆਦਾ ਹੁੰਦੀ ਆ, ਉਹਦੀ ਆਪਣੀ ਐਕਸਲਰੇਸ਼ਨ ਇਨਟੂ ਮਾਸ ਵੀ ਉਹ 'ਚ ਐਡ ਹੋ ਜਾਂਦੀ ਹੈ। ਇਸ ਲਈ ਜਦੋਂ ਕਿਸੇ ਕ੍ਰੇਨ ਕਰੂਨ ਨੂੰ ਕੰਮ ਕਰਦੇ ਨਾ ਤਾਂ ਕ੍ਰੇਨ ਨੂੰ ਉੱਪਰ ਲੈ ਜਾਂਦੇ ਹੋਏ ਬਹੁਤ ਧਿਆਨ ਰੱਖਦੇ ਕਿ ਕਿੰਨੀ ਕੁ ਐਕਸਲਰੇਸ਼ਨ ਨਾਲ ਉੱਪਰ ਲੈ ਕੇ ਆਣਾ, ਹੌਲੀ ਹੌਲੀ। ਜੇ ਉਹਨੂੰ ਬਹੁਤ ਜ਼ਿਆਦਾ ਤੇਜ਼ ਲੈ ਕੇ ਆਣਗੇ ਉਹ ਟੁੱਟ ਸਕਦੀ ਹੈ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਬਹੁਤ ਕਿਸੇ ਧਾਗੇ ਨਾਲ ਡੋਰ ਨੂੰ ਕਿਸੇ ਦੂਰੀ ਤੇਰੀ ਕਰਕੇ ਤੁਸੀਂ ਅੱਧੀ ਇੱਟ ਬੰਨ ਲਓ, ਤੇ ਅੱਧੀ ਇੱਟ ਬੰਨ ਕੇ ਤੁਹਾਨੂੰ ਪਤਾ ਤੁਸੀਂ ਅੱਧੀ ਇੱਟ ਬੰਨ ਕੇ ਉਹਨੂੰ ਬਹੁਤ ਹੌਲੀ ਹੌਲੀ ਉੱਪਰ ਚੱਕੋਗੇ ਤਾਂ ਸ਼ਾਇਦ ਥ੍ਰੈਡ ਨਾ ਟੁੱਟੇ। ਜੇ ਅੱਧੀ ਇੱਟ ਬੰਨ ਕੇ ਬਹੁਤ ਤੇਜ਼ੀ ਨਾਲ ਉੱਪਰ ਨੂੰ ਖਿੱਚੋਗੇ ਤਾਂ ਹੋ ਸਕਦਾ ਉਹ ਟੁੱਟ ਵੀ ਜਾਵੇ, ਹਨਾ? yes sir ਚੀਜ਼ ਹੈ, ਤੁਸੀਂ ਆਪ ਇਹਨੂੰ ਮਹਿਸੂਸ ਕਰ ਸਕਦੇ ਹੋ। हाँ जी वैभव जल्दी बोलो। सर जैसे सर एक्सीलरेशन 0 है सर, अब हम जिस पे सर ये स्ट्रिंग बांधी सर, अगर हम उसको मूव करेंगे यूनिफॉर्म वेलोसिटी से तब भी सर t इज इक्वल टू mg होगा जी। ये चीज को मूव करेंगे? यस सर, ये चीज तो ऑब्वियसली, क्योंकि फिर वो ये भी ऐसी रहेगी ना, फिर जब ये चीज मूव करोगे साथ साथ में ये बॉडी भी तो मूव करेगी ना, सर फिर तो ठीक, ओके सर, ठीक है, वो एक ही बात है। अच्छा एक बात और, अब मैं ऐसा करता हूँ, अब मैं देखता हूँ आप लोगों की एक कॉमन सेंस थोड़ी सी। अगर ये जो एक्सेलरेशन है बॉडी की नीचे को आते हुए ये वाली, अगर बॉडी को जो नीचे मूव करना है और उसकी मान लो एक्सेलरेशन आपकी है g के बराबर, तो क्या होगा? जैसे कि मैं ये कह रहा हूं, मान लो कोई बॉडी है, इनू ਆਪਾਂ थ्रेड ਨਾਲ मान लेने, चलो थ्रेड ਨਾਲ नहीं करते, ਆਪਾਂ प्लेटफॉर्म की गल करते हैं। Let this is the platform and let the platform is moving downward with acceleration g, actually the acceleration due to gravity, and here there is a body or object mass m, and you know that the agar niche aayegi ta jada mg zyada hoega, है ना? normal reaction घट होएगा ना? यस तो normal reaction घट है, normal reaction देखते कितना आएगा? 0। हाँ 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 बिल्कुल सर बिल्कुल सही है। एक मिनट, नॉर्मल रिएक्शन कट होएगा, mg ज्यादा होएगा ना, mg will be mass into this acceleration, यस सर जी ਤਾਂ ਇਥੇ r ਕਿਹਦੇ ਬਰਾਬਰ ਆ ਜਾਏਗਾ? 0 freely fall weightless, ਇਥੇ weightless ਮਹਿਸੂਸ ਹੋਏਗਾ ਬਾਡੀ ਨੂੰ, ਯਾਨੀ ਜਦੋਂ ਤੁਹਾਡੀ ਲਿਫਟ ਵਿੱਚ 9.8 ਤੇ ਜਾਣ ਲੱਗੀ ਤਾਂ ਤੁਸੀਂ ਤਾਂ ਨਾਲ ਜਾ ਹੀ ਰਹੇ 9.8 ਤੇ, ਤੁਸੀਂ ਤੁਹਾਡਾ ਲਿਫਟ ਨਾਲ ਕੰਟੈਕਟ ਨਹੀਂ ਰਹਿਣਾ, ਯਾਨੀ ਤੁਸੀਂ ਲਿਫਟ ਤੋਂ ਟੁੱਟੇ ਹੋਏ ਮਹਿਸੂਸ ਕਰੋਗੇ। ਇਹੀ ਹੁੰਦਾ ਤੁਹਾਡੇ ਨਾਲ ਝੂਟੇ ਦੇ ਵਿੱਚ, ਜਦੋਂ ਝੂਟੇ ਥੱਲੇ ਨੂੰ ਆਉਂਦਾ ਨਾ
ਤਾਂ ਉਹ ਲਗਭਗ 9.8 ਜਦੋਂ ਪਹੁੰਚਦਾ ਅਪਰੋਚ ਕਰਦਾ ਤੁਹਾਨੂੰ ਲੱਗਦਾ ਤੁਸੀਂ ਕੁਰਸੀ ਤੇ ਬੈਠੇ ਹੀ ਨਹੀਂ ਹੋ, ਕੁਰਸੀ ਤੇ ਬੈਠਾ ਮਹਿਸੂਸ ਹੀ ਨਹੀਂ ਕਰਦੇ ਆਪਣੇ ਆਪ ਨੂੰ, ਬਿਕੋਜ਼ ਤੁਹਾਡਾ ਨਾਰਮਲ ਰਿਐਕਸ਼ਨ ਕਿੰਨਾ ਹੋਏਗਾ 0 ਤੇ ਇੱਕ ਹੋਰ ਚੀਜ਼ ਬਸ ਲਾਸਟ ਵਿੱਚ ਇੱਕ ਪਹਿਲਾਂ ਸੁਣ ਲਓ ਕਿ ਜੇ ਇਹ ਹੋ ਜਾਵੇ ਕਿ ਜਿਹੜੇ ਆ ਨੀਚੇ ਵਾਲੀ ਐਕਸਲਰੇਸ਼ਨ ਹੈ ਜੀ ਤੋਂ ਵੀ ਜ਼ਿਆਦਾ ਹੋ ਜਾਵੇ, ਮੰਨ ਲਓ ਆ ਜਿਹੜੀ ਐਕਸਲਰੇਸ਼ਨ ਹੈ ਇਹ ਗ੍ਰੇਟਰ ਦੈਨ ਜੀ ਹੋ ਜਾਵੇ, ਤਾਂ ਰਿਐਕਸ਼ਨ ਨੀਚੇ ਨੂੰ ਲੱਗ ਰਹੀ ਨਹੀਂ, ਤਾਂ ਫਿਰ ਤੁਹਾਡਾ ਕੀ ਆਏਗਾ mg ਮਾਈਨਸ ਨਾਰਮਲ ਰਿਐਕਸ਼ਨ ਇਜ਼ ਇਕੁਅਲ ਟੂ a ਤੇ r ਆ ਜਾਏਗਾ ਤੁਹਾਡਾ mg ਮਾਈਨਸ ma ਯੈਸ m into g ਮਾਈਨਸ a ਤੇ ਤੁਹਾਡਾ ਜਿਹੜਾ a ਹੈ ਉਹ g ਤੋਂ ਜ਼ਿਆਦਾ ਹੈ ਵੱਡਾ ਹੈ, ਤਾਂ ਕੀ ਆਏਗਾ ਨੈਗੇਟਿਵ ਆ ਜਾਏਗਾ। ਨੈਗੇਟਿਵ Yes, ਇਹਦਾ ਨੈਗੇਟਿਵ ਮਤਲਬ ਪਤਾ ਕੀ ਹੈ ਨੋ ਕੰਟੈਕਟ ਇਹਦਾ ਮਤਲਬ ਹੈ ਕਿ ਇਹ ਹਵਾ 'ਚ ਰਹਿਣੀ ਆ, ਲਿਫਟ ਤੁਹਾਡੀ ਥੱਲੇ ਪਹੁੰਚ ਜਾਣੀ ਹੈ ਇੱਥੇ ਤੇ ਉਹ ਬਾਡੀ ਹਵਾ 'ਚ ਰਹਿਣੀ ਆ, ਉਹ ਪਿੱਛੇ ਪਿੱਛੇ ਆ ਰਹੀ ਹੈ 9.8 ਤੇ ਇਹ ਆਪਣਾ ਅਲੱਗ ਜ਼ਿਆਦਾ ਇਹ ਤੇ ਜਾ ਰਹੀ ਹੈ ਤੇ ਜਦੋਂ ਇਹਦੀ ਐਕਸਲਰੇਸ਼ਨ ਨੀਚੇ ਜਾਣ ਦੀ g ਨਾਲੋਂ ਵੀ ਜ਼ਿਆਦਾ ਹੈ ਤਾਂ ਉਹ ਬਾਡੀ ਤਾਂ ਆਪਣੀ ਫ੍ਰੀ ਫਾਲ ਵਾਂਗੂ ਆ ਰਹੀ ਹੋਏਗੀ ਤੇ ਇਹਦਾ ਤੇ ਇਹਦੇ ਵਿੱਚ ਆਪਸ 'ਚ ਡਿਸਟੈਂਸ ਆ ਜਾਏਗਾ, ਹਵਾ ਵਿੱਚ ਹੋ ਜਾਏਗਾ। ਤੇ ਇਹ ਚੀਜ਼ ਤੁਸੀਂ ਕਰਕੇ ਦੇਖ ਸਕਦੇ ਹੋ, ਮੈਂ ਤੁਹਾਡੇ ਸਾਹਮਣੇ ਹੁੰਦਾ ਕਲਾਸ 'ਚ ਮੈਂ ਕਰਕੇ ਦਿਖਾਣਾ ਉਹਨਾਂ ਬੱਚਿਆਂ ਨੂੰ, ਉਹ ਨਾਰਮਲੀ ਕੋਈ ਆਪਾਂ ਲੈ ਲੈਂਦੇ ਆ ਕੋਈ ਕਾਪੀ ਜਾਂ ਕੋਈ ਗੱਤਾ ਮੈਂ ਇੱਥੇ ਕਰ ਹੀ ਦਿੰਦਾ, ਬਹੁਤ ਛੋਟੀ ਜਿਹੀ ਚੀਜ਼ ਹੀ ਹੈ। मेरा वीडियो ऑन है? ਯੈਸ ਸਰ ਯੈਸ ਸਰ अपने आप नहीं देख पा रहे बस। हाँ जी देखो आ एक कॉपी है, ठीक है, आ ही लिफ्ट है समझ लो, आ सैलो टेप है, आ इधर वो है, तो फुल स्क्रीन दिख रहा है कि छोटा दिख रहा है साइड से? ਫੁੱਲ ਸਕਰੀਨ ਫੁੱਲ ਸਕਰੀਨ ਵੀ ਵੀਡੀਓ ਯਾਰ ਦੇਖੋ ਹੁਣ ਜੇ ਆ ਜਿਹੜੀ ਚੀਜ਼ ਹੈ, ਜੇ ਮੈਂ ਇਹਨੂੰ ਕਹਿੰਦਾ ਨਾ ਟੇਪ ਰੱਖੀ ਹੈ ਆ ਪਲੇਟਫਾਰਮ ਨੂੰ ਮੈਂ ਆਪ ਐਕਸਲਰੇਸ਼ਨ ਦੇਣੀ ਉੱਪਰ ਨੂੰ ਜਾਂ ਨੀਚੇ ਨੂੰ, ਜੇ ਤਾਂ ਮੈਂ ਇਹਨੂੰ ਯੂਨੀਫਾਰਮਲੀ ਨੀਚੇ ਲੈ ਕੇ ਆ ਰਿਹਾ ਤਾਂ ਟੇਪ ਦਾ ਜਿਹੜਾ weight ਹੈ ਉਹ ਅਪੇਰੈਂਟ weight ਬਰਾਬਰ ਹੀ ਹੋਏਗਾ, ਮੀਨਿੰਗ r equal to mg ਉੱਪਰ ਲੈ ਕੇ ਜਾ ਰਿਹਾ r equal to mg, ਪਰ ਜੇ ਮੈਂ ਐਕਸਲਰੇਟ ਕਰਾਂਗਾ ਨੀਚੇ ਨੂੰ ਤਾਂ ਟੇਪ ਦਾ ਜਿਹੜਾ ਅਪੇਰੈਂਟ weight ਹੈ ਘੱਟ ਹੋਏਗਾ ਤੇ ਜੇ ਮੈਂ ਐਕਸਲਰੇਟ ਕਰੂੰਗਾ ਉੱਪਰ ਨੂੰ ਤਾਂ ਜ਼ਿਆਦਾ ਹੋਏਗਾ। ਪਰ ਜੇ ਮੈਂ ਨੀਚੇ ਨੂੰ ਐਕਸਲਰੇਸ਼ਨ ਜਿਹੜੀ ਆ 9.8 ਤੋਂ ਵਧਾ ਦਵਾਂ, ਦੇਖੋ ਜੇ ਮੈਂ 9.8 को 9.8 ਤਾਂ ਉਹਦੀ ਜਿੰਨਾ ਆਪ ਗਿਰਦੀ ਹੈ, ਮੈਨੂੰ ਕੁਝ ਕਰਨ ਦੀ ਲੋੜ ਹੀ ਨਹੀਂ, ਆ 9.8 ਦੀ ਐਕਸਲਰੇਸ਼ਨ ਆਪ ਗਿਰ ਰਹੀ ਹੈ ਨਾ। ਯੈਸ ਸਰ ਤੇ ਮੈਂ ਇਹ ਤੇ ਟੇਪ ਰੱਖਦਾ, ਟੇਪ ਦਾ ਜਿਹੜਾ ਇਹਦੇ ਉੱਪਰ ਹੋਏਗਾ ਨਾ ਕਹਿੰਦੇ ਆ ਨਾਰਮਲ ਰਿਐਕਸ਼ਨ ਉਹ 0 ਹੋਏਗਾ, ਪਰ ਇਹ ਦੋਨੋਂ ਹੀ ਐਂ ਗਿਰਨਗੇ ਇਕੱਠੇ, ਪਰ ਜੁੜੇ ਹੋਏ ਹੋਣਗੇ। ਪਰ ਜੇ ਮੈਂ ਇਹਨੂੰ ਥੋੜਾ ਤੇਜ਼ੀ ਨਾਲ ਨੀਚੇ ਕਰਾਂ ਤਾਂ ਟੇਪ ਦਾ ਇਹਦੇ ਨਾਲ ਕੰਟੈਕਟ ਹੀ ਖਤਮ ਹੋ ਜਾਏਗਾ। ਮੈਂ ਜੇ 9.8 ਨਾਲੋਂ ਵੀ ਜ਼ਿਆਦਾ ਨੀਚੇ ਨੂੰ ਐਕਸਲਰੇਸ਼ਨ ਦਵਾਂ ਇਹਨੂੰ ਪਲੇਟਫਾਰਮ ਨੂੰ ਇਸ ਤਰ੍ਹਾਂ, ਆ ਦੇਖੋ ਸਮਝ ਲੱਗੀ ਨਾ ਗੱਲ, ਟੇਪ ਉੱਪਰ ਰਹਿ ਜਾਂਦੀ ਹੈ ਹਵਾ ਵਿੱਚ। ਯੈਸ ਸਰ ਸੋ ਆ ਜਿਹੜੀ ਚੀਜ਼ ਨੂੰ ਮੈਂ ਇੱਥੇ ਵੀ ਦਿਖਾ ਰਿਹਾ ਤੁਹਾਨੂੰ, ਇਹੀ ਥ੍ਰੈਡ ਵਿੱਚ। ਅੱਛਾ ਥ੍ਰੈਡ 'ਚ ਪਤਾ ਕੀ ਹੋਏਗਾ, ਜੇ ਥ੍ਰੈਡ 'ਚ ਵੀ ਨੀਚੇ ਨੂੰ ਲੈ ਕੇ ਆਓਗੇ 9.8 ਤੋਂ ਵੀ ਜ਼ਿਆਦਾ ਤਾਂ ਥ੍ਰੈਡ ਢਿੱਲਾ ਹੋ ਜਾਏਗਾ ਉੱਪਰ ਨੂੰ। ਗॉट इट? ਸਮਝ ਲੱਗੀ ਗੱਲ? ਥ੍ਰੈਡ ਦੇ ਕੀ ਹੋਏਗਾ ਇਹ ਵਿੱਚ, ਇਸ ਕੇਸ 'ਚ ਕੀ ਹੋਏਗਾ, ਉਹ ਪਲੇਟਫਾਰਮ ਨੂੰ ਛੱਡ ਕੇ ਹਵਾ ਵਿੱਚ ਅਲੱਗ ਹੀ ਹੋ ਜਾਏਗੀ ਉਹ ਬਾਡੀ, ਉਹ ਪਲੇਟਫਾਰਮ ਨੂੰ ਹੀ ਛੱਡ ਦੇਗੀ। ਤੇ ਥ੍ਰੈਡ ਦੇ ਕੇਸ 'ਚ ਕੀ ਹੋਏਗਾ, ਥ੍ਰੈਡ ਢਿੱਲਾ ਹੋ ਜਾਏਗਾ, ਲੂਜ਼ ਹੋ ਜਾਏਗਾ ਉੱਪਰ ਨੂੰ, ਕਿਉਂਕਿ ਜਿਹੜੀ ਬਾਡੀ ਹੈ ਉਹ 9.8 ਤੋਂ ਵੀ ਜ਼ਿਆਦਾ ਤੇਜ਼ ਨਾਲ ਨੀਚੇ ਲਿਆਈ ਜਾ ਰਹੀ ਹੈ ਬਾਈ ਐਨੀ ਮੀਨਸ ਔਰ ਬਾਈ ਇਨ ਐਨੀ ਕੰਡੀਸ਼ਨ, ਠੀਕ ਹੈ। ਉਹ ਡਿਫਰੈਂਟ ਗੱਲਾਂ ਨੇ, ਉਹ ਕਿਵੇਂ ਲਿਆਈ ਜਾ ਰਹੀ ਹੈ। ਮੈਂ ਤੁਹਾਨੂੰ ਬਹੁਤ ਬੇਸਿਕ ਜੇ 2-3 ਨਿਊਮੈਰੀਕਲ ਕਰਾਣਾ ਹੁਣ ਬਸ, ਫਿਰ ਤੁਹਾਨੂੰ ਹੋਰ ਬੈਟਰ ਪਤਾ ਲੱਗ ਜਾਏਗੀ ਗੱਲ ਕਿ ਇਹਨੂੰ ਕਿਵੇਂ ਆਪਾਂ ਯੂਜ਼ ਕਰਦੇ ਹਾਂ। हो गया शेयर बोर्ड? यस यस सर आ देखो हुण इत्थे क्वेश्चंस, चलो आई करते हैं। थर्ड क्वेश्चन देखो, देखो कि a 75 kg man stands in a lift. What force does floor exert on him? की हुंदा है नॉर्मल रिएक्शन हुंदा है ना, what force
exert on him when the elevator starts moving upward with an acceleration of inna. So मैं कुछ नहीं करना, मैं रफ डायग्राम बनाना, आ फ्लोर है, ये बंदा है, ये मूविंग अपवर्ड है विद एक्सेलरेशन 2 मीटर पर सेकंड स्क्वायर, एकदम ऊपर जा रहा है, मतलब नॉर्मल रिएक्शन ज्यादा होएगा, मतलब उसका वेट घट होएगा, ठीक है। सो बेसिकली की बनेगी इक्वेशन r minus mg equal to ma. equal to ma. r ਜਿਹੜੀ ਬਣੇਗੀ equal to mg plus ma. mg plus ma. m ਕਿੰਨਾ ਆ 75, ਗ੍ਰੈਵਿਟੀ ਜਿਹੜੀ ਆ ਉਹ ਆਪਾਂ ਨੂੰ 9.8 ਜਾਂ 10 ਲੈ ਲਓ, ਇੱਥੇ 10 ਲੈ ਲਈ ਨਾਲ, ਤੇ ਮਾਸ ਕਿੰਨਾ ਆ ਫਿਰ ਉਹੀ 75, ਤੇ ਉਹ ਕਿੰਨੀ ਆ ਹੁਣ 2 ਹਨਾ, ਜਾਂ m into g plus a ਕਰ ਸਕਦੇ ਸੀ, ਤਾਂ ਕਿੰਨਾ ਆਏਗਾ ਇਹ ਆਏਗਾ 900 ਨਿਊਟਨ, ਤੇ ਇਹਨਾਂ ਨੇ ਕਿਲੋਗ੍ਰਾਮ ਫੋਰਸ ਦਿੱਤਾ ਹੈ ਆਨਸਰ, ਤੁਸੀਂ ਦੇਖ ਲਓ 900 ਨਿਊਟਨ ਬਣਿਆ ਨਾ, ਕਿਉਂਕਿ ਜੇ ਗ੍ਰੈਵਿਟੀ ਵੈਲਿਊ 10 ਨਾਲ ਮਲਟੀਪਲਾਈ ਕਰੋਗੇ, ਸੋ ਆ ਵੀ ਆਨਸਰ ਠੀਕ ਹੈ, ਜ਼ਰੂਰੀ ਨਹੀਂ kgf ਚ ਦੇਣਾ, ਉਹਨਾਂ ਨੇ ਕਿਲੋਗ੍ਰਾਮ ਚ ਦਿੱਤਾ ਹੈ, ਕੋਈ ਗੱਲ ਨਹੀਂ, ਸਮਝ ਲੱਗੀ ਗੱਲ? Yes sir. ਇਹ ਚ ਹਾਂ ਸੈਕੰਡ ਕੁਐਸਚਨ ਦੇਖਦੇ ਹਾਂ, ਸੈਕੰਡ ਕੁਐਸਚਨ ਚ ਹੁਣ ਦੋ ਕੇਸ ਨੇ, मतलब इन्ने सौखे क्वेश्चन है ना, तुसीं इस तो पहला बहुत औखी चीज़ां कर चुके हो, तुहाडे लिए ये बहुत वड्डी चीज़ नहीं है। हुण अ मैन वेइंग वूमन वेइंग 50 किलोग्राम फोर्स है, याद रखना, ये टोटल वेट नूं ही mg की जगह 50 लिख सकते हो। स्टैंड्स ऑन अ वेइंग मशीन प्लेस्ड इन लिफ्ट, वेइंग मशीन लिफ्ट दे विच प्लेस की गई है, ते वेइंग मशीन किनू मेजर करदी है, नॉर्मल रिएक्शन। व्हाट विल बी रीडिंग ऑफ मशीन व्हेन द लिफ्ट इज मूविंग अपवर्ड विद अ यूनिफॉर्म वेलोसिटी ऑफ इना, ठीक है। यूनिफॉर्म वेलोसिटी देखो, यूनिफॉर्म वेलोसिटी मतलब चाहे 5 होंदी चाहे 10 होंदी, कोई फर्क नहीं पैंदा, ये बस कंफ्यूज करने लिए देता है भी इन्नी वेलोसिटी, बच्चे 5 ਨੂੰ ਵਰਤਣ ਲੱਗ ਜਾਣਗੇ, ਕੋਈ ਲੋੜ ਹੀ ਨਹੀਂ। यूनिफॉर्म वेलोसिटी मींस एक्सेलरेशन इज 0 मींस r Yes sir. mg, ਸਿੱਧਾ 50 kgf ਹੈਗਾ ਤਾਂ 50 ਉਹਨੂੰ g ਨੂੰ 10 ਨਾਲ ਮਲਟੀਪਲਾਈ ਕਰ 500 ਨਿਊਟਨ, ਇੱਥੇ ਨਿਊਟਨ ਦਾ ਆਂਸਰ ਦੇਈ ਜਾਂਦੇ, ਪਿੱਛੇ ਐਵੇਂ ਦੇਈ ਜਾਂਦੇ, ਤੁਸੀਂ ਨਿਊਟਨ ਜੀ ਦੇ ਦਿਆ ਕਰੋ, ਕੋਈ ਗੱਲ ਨਹੀਂ। दूजे केस की क्या, मूविंग डाउनवर्ड विद यूनिफॉर्म एक्सेलरेशन इतना, हुण जे नीचे डाउनवर्ड करेगा तुसी एक्ट सीधी करो, डाउनवर्ड mg ज्यादा होएगा ना, Yes sir. ता mg minus r is equal to ma, Equal to ma. ले करो सीधे mg plus mg minus ma, mg कितना है 500 500 50 ਤਾਂ ਕਿਲੋਗ੍ਰਾਮ ਦਾ ਉਹਨਾਂ ਦਾ ਆਪਣਾ ਵਜਨ ਹੀ ਸੀਗਾ, ਤੇ ਇਨਟੂ 450 1 ਹੈ ਨਾ, yes ਆ ਬਣ ਗਿਆ 450 ਨਿਊਟਨ, 450 ਉਹਨਾਂ ਨੂੰ ਆਪਣਾ ਜਿਹੜਾ ਹੈਗਾ 450 ਨਿਊਟਨ ਉਹ ਆਏਗਾ। ਹੁਣ ਰੀਡਿੰਗ ਆਫ ਮਸ਼ੀਨ ਕੀ ਹੈ ਇਹਨਾਂ ਨੇ, ਦੇਖੋ ਹੁਣ ਮਸ਼ੀਨ ਇੱਥੇ kgf ਚ ਦੇਣਾ ਚਾਹੀਦਾ ਸੀ ਆਨਸਰ, 50 kgf ਤੇ 45 kgf, ਕਿਉਂਕਿ ਰੀਡਿੰਗ ਆਫ ਮਸ਼ੀਨ kg ਚ ਆਉਂਦੀ ਨਾ ਆਪਣੀ, ਤਾਂ ਆਪ ਨੂੰ kgf ਬੋਲਦੇ ਆ ਵੇਟ ਨੂੰ, ਇਸ ਤਰ੍ਹਾਂ ਇਸ ਜਗ੍ਹਾ ਤੇ। ਸੋ ਇਸ ਤਰ੍ਹਾਂ ਦੇ ਕੁਐਸਚਨ ਨੇ ਇਹਦੇ ਵਿੱਚ। ਹੁਣ ਆ ਦੇਖੋ, ਜਿਵੇਂ ਐ ਕਰੋ, 8ਵਾਂ ਕੁਐਸਚਨ ਦੇਖੋ, ਇਹ 9 ਕੁਐਸਚਨ ਹੈਗੇ, 9 ਦੇ 9 ਤੁਹਾਡੇ ਹੁਣ ਹੋਏ ਹੋਣ ਕੱਲ ਦੀ ਕਲਾਸ ਤੋਂ ਪਹਿਲਾਂ ਪ੍ਰੋਬਲਮਸ ਸ਼ੇਅਰ ਕਰ ਦਿਓ, ਕੋਈ ਨਹੀਂ ਅੱਜ ਹੀ ਕਰ ਲਾਂਗੇ ਆਪਾਂ ਗਰੁੱਪ 'ਚ। 70 ਕਿਲੋਗ੍ਰਾਮ ਦਾ ਬੰਦਾ ਆ ਇਨ ਅ ਸੀ ਬੀਇੰਗ ਲਿਫਟਡ, ਉਹ ਇੱਕ ਸਮੁੰਦਰ ਵਿੱਚ ਕਿਤੇ ਡੁੱਬਿਆ ਡੱਬਿਆ ਹੋਣਾ, ਤੇ ਉਹਨੂੰ ਚੱਕ ਰਹੇ ਨੇ ਹੈਲੀਕਾਪਟਰ ਰਾਹੀਂ, ਤੇ ਹੈਲੀਕਾਪਟਰ ਦੇ ਨੀਚੇ ਕੀ ਹੁੰਦੀ ਹੈ, ਰੋਪ ਹੁੰਦੀ ਹੈ ਹਨਾ, ਰੋਪ ਤੇ ਉਹਨੂੰ ਬੰਨਿਆ ਹੋਇਆ ਵਾ, ਇਦਾਂ ਦੇ ਸੀਨ ਤੁਸੀਂ ਦੇਖਿਆ ਫਿਲਮਾਂ ਚ। which can bear a maximum tension of ਇੰਨਾ, ਦੇਖੋ ਮੈਕਸਿਮਮ ਟੈਂਸ਼ਨ, ਕਿਲੋਗ੍ਰਾਮ weight ਯਾਨੀ 100, ਕਿਲੋਗ੍ਰਾਮ weight ਯਾਨੀ ਕਿ 100 into g ਹੈ ਨਾ, ਇਹਨੇ ਨਿਊਟਨ ਵੀ ਕਹਿ ਸਕਦੇ ਹਾਂ। ਇਹ ਮੈਕਸਿਮਮ ਟੈਂਸ਼ਨ ਆ ਜਿਹੜੀ ਸਟ੍ਰਿੰਗ ਬੀਅਰ ਕਰ ਸਕਦੀ, ਨਹੀਂ ਤਾਂ ਕੀ ਹੋ ਜਾਊਗੀ, ਸਟ੍ਰਿੰਗ ਟੁੱਟ ਜਾਊਗੀ। ਤਾਂ ਕਹਿੰਦੇ ਕਿੰਨੀ ਮੈਕਸਿਮਮ ਐਕਸਲਰੇਸ਼ਨ ਨਾਲ ਆਪਾਂ ਬੰਦੇ ਨੂੰ ਚੱਕ ਸਕਦੇ ਹਾਂ ਕਿ ਰੋਪ ਮੇ ਨਾਟ ਬ੍ਰੇਕ। ਤਾਂ ਹੁਣ ਜੇ ਬੰਦੇ ਨੂੰ ਚੱਕਣਾ ਹੀ ਆ ਤਾਂ ਟੈਂਸ਼ਨ ਜ਼ਿਆਦਾ ਹੋਣੀ ਚਾਹੀਦੀ, ਸਿੰਪਲ ਜੀ ਗੱਲ ਆ, weight ਬੰਦੇ ਦਾ ਘੱਟ ਹੋਣਾ ਚਾਹੀਦਾ ਹੈ, ਤੇ ਇਹ ਬਰਾਬਰ ਹੁੰਦਾ ਮਾਸ ਇਨਟੂ ਐਕਸਲਰੇਸ਼ਨ। ਆਹੀ ਮੰਨ ਲਓ ਐਕਸਲਰੇਸ਼ਨ ਜਿੰਨਾ ਚੱਕ ਸਕਦੇ ਆ ਉੱਪਰ, ਕਿਉਂਕਿ ਆਹੀ ਹੁੰਦੀ ਹੈ ਨਾ ਮੇਨ ਤਾਂ। ਤੇ ਟੈਂਸ਼ਨ ਜਿਹੜੀ ਹੈਗੀ ਆ ਕਿੰਨੀ ਆਊਗੀ ਇੱਥੇ, m into a is equal to ਟੈਂਸ਼ਨ ਕਿੰਨੀ ਆ 980 100 ਗੁਣਾ 9.8 है ना, 980 हाँ 980 टेंशन आ गई, ਤੇ ਫਿਰ ਮਾਸ ਆ ਗਿਆ 70 ਬੰਦੇ ਦਾ ਕਰਨਾ ਸੀ ਨਾ, ਗੁਣਾ ਫਿਰ 9.8, ठीक है, प्लस हो जाएगा, सच प्लस हो जाएगा ना, नहीं माइनस ही होगा, सर माइनस ही होगा, माइनस ही है, मैं वो एम पे लिखे लग गया। सो माइनस दिस, एक कितना आ गया देखो
980 ਇਹਨੂੰ ਨਾ ਐ ਕਰ ਲਓ, ਇਹਨੂੰ ਤੁਸੀਂ ਇਹ ਰੱਖੋ 100 × 9.8 ਰੱਖੋ, ਇਹਨੂੰ 70 × 9.8 ਰੱਖੋ, ਤੇ ਆ ਜਿਹੜਾ m × a ਹੈਗਾ ਇਹ ਚ a ਕਿੰਨਾ ਹੋਊਗਾ, m ਨੀਚੇ ਆਊਗਾ ਇਹਦੇ 70 है ना, और Yes, sir. 3 × 9.8 आ जाऊगा Yes, sir. नीचे 70 × 9 70 बस, तो 9.8 × 3/7 कर लो, 8 × 24 27 29.4/7 ਇਹਨੂੰ ਕਰ ਲਓ, ਇਹ ਆ ਗਿਆ Sir, 4. Sir 9.8 ਹੀ ਹੁੰਦਾ 1.4 × 7 7 ਨਾਲ 7 ਕੱਟਿਆ ਗਿਆ 1.4 × 3 4.2 हाँ 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 4.2 आ गया। क्या मतलब ਆ ਕੁਐਸਚਨ ਨੇ, ਯਾਨੀ ਕਿ ਆਪ ਕਰ ਰਹੇ ਹੋ, ਨਿਚਲੇ ਆ ਰਹੇ ਹੋ ਤੁਸੀਂ, ਆ ਇਕੁਏਸ਼ਨ ਨਾਲ ਝਾਟੇ ਲਿਖਣੀ ਆਣੀ ਚਾਹੀਦੀ ਤੁਹਾਨੂੰ, ਠੀਕ ਹੈ। Yes, sir. ਆ 9 ਕੁਐਸਚਨ ਅੱਜ ਹੀ ਕਰਿਓ, ਇਹਨੂੰ ਡਿਲੇ ਨਾ ਕਰਿਓ ਹੁਣ, ਕਿਉਂਕਿ ਤੁਹਾਡਾ ਟੈਸਟ ਤਾਂ ਅੱਜ ਹੋ ਗਿਆ ਸਬਜੈਕਟਿਵ, ਹੁਣ ਤੁਸੀਂ ਇਹਨੂੰ ਨਾ ਡਿਲੇ ਕਰੋ, ਕਿਉਂਕਿ ਤੁਹਾਡਾ ਜਿਹੜਾ ਪੇਪਰ 18 ਤਰੀਕ ਨੂੰ ਹੈਗਾ, ਉਹਦੇ ਲਈ ਮੈਂ ਤੁਹਾਨੂੰ ਪ੍ਰਪੇਅਰ ਕਰਨਾ ਹੈ ਹੁਣ ਸਾਰਿਆਂ ਨੂੰ, ਮੈਡੀਕਲ ਵਾਲਿਆਂ ਨੂੰ ਖਾਸ ਕਰਕੇ, ਇਸ ਲਈ ਤੁਸੀਂ ਜਾਂ ਤਾਂ ਕਰ ਲਿਓ, ਤੇ ਕੱਲ ਤੁਹਾਡਾ 10 ਵਜੇ ਕਲਾਸ ਲਾ ਸਕਦੇ ਆ ਨਾ, Yes, sir. ਕੱਲ 10 ਤੋਂ 11 ਵਜੇ ਤੱਕ ਕੱਲ ਆਪਾਂ ਲਗਾਵਾਂਗੇ ਕਲਾਸ। ਕੱਲ ਮੈਂ ਐਟਵੁਡਸ ਮਸ਼ੀਨ ਕਰਾਉਂਗਾ, ਔਰ ਅੱਜ ਹੀ ਤੁਸੀਂ ਕਾਫੀ ਕੁਝ ਕਰ ਲਿਆ ਇਹ ਰਿਲੇਟਡ ਹੀ ਆ, ਐਟਵੁਡਸ ਮਸ਼ੀਨ ਤੇ ਕੁਝ ਹੋਰ ਆਪਾਂ ਇਦਾਂ ਦੀਆਂ ਪ੍ਰੋਬਲਮਸ ਕਰਕੇ, ਐਂਗੂਲਰ ਮੋਮੈਂਟਮ, ਰਿਕੋਇਲ ਆਫ ਗਨ, ਬੇਸਿਕ ਸਾਰੀ ਗੱਲ ਹੀ ਖਤਮ ਹੋ ਜਾਣੀ ਕੱਲ ਦੀ ਇਸ ਟੌਪਿਕ ਦੀ, ਫਿਰ ਆਪਣੇ ਕੋਲ ਸਿਰਫ ਫ੍ਰਿਕਸ਼ਨ ਬਚੂਗਾ ਉਸ ਤੋਂ ਬਾਅਦ। ਸੋ ਇਹਨੂੰ ਚੰਗੀ ਤਰ੍ਹਾਂ ਕਰਿਓ ਨਾਲ, ਠੀਕ ਹੈ। ਅੱਜ ਤਾਂ ਤੁਹਾਡੀ 11:30 ਕਲਾਸ ਹੈ ਨਾ, Yes, sir. Yes, sir. ਕਿੰਨਾ ਟਾਈਮ ਹੋ ਗਿਆ, 11:15 11-15 ਕੱਲ ਕਰਦੇ ਆਪਾਂ। ਇਹ 9 ਕੁਐਸਚਨ ਚੰਗੀ ਤਰ੍ਹਾਂ ਕਰਿਓ ਜਿਹੜੇ ਆਏ ਚ ਮੈਂ ਦਿਖਾਏ ਤੁਹਾਨੂੰ, 9 ਨੇ ਜਾਂ ਕਿੰਨੇ ਨੇ, 9 ਨੇ, ਹਾਂ ਠੀਕ ਹੈ, ਇਹ ਕਰ ਲਿਓ।